ठीक है। सो स्टार्ट कर रहे हैं इस चीज तो इंटीग्रेशन कल जी आप टर्म शुरू की सी इंटीग्रेशन जब कल वर्ड लेता सीगा कि किसी टर्म ਨੂੰ ਜਦੋਂ ਆਪਾਂ ਇੰਟੀਗ੍ਰੇਟ ਕਰਨਾ ਫਸਟ ਉਹਦੀ ਰਿਕੁਆਇਰਮੈਂਟ ਕੀ ਆ ਤੇ ਆਪਾਂ ਕਹਿ ਸੀ ਕਿ ਵੀ ਮੇਰੇ ਕੋਲ ਕਿਸੇ ਚੀਜ਼ ਦਾ ਵੀ ਇੱਕ ਸਮਾਲਰ ਪਾਰਟ ਗਿਵਨ ਹੋਵੇ ਤੇ ਉਹਦਾ ਦੇ ਸਾਰੇ ਸਮਾਲ ਪਾਰਟ ਨੂੰ ਕੰਬਾਈਨ ਕਰਕੇ ਉਹਦਾ ਓਵਰਆਲ ਇੱਕ ਲਾਰਜਰ ਪਾਰਟ ਬਿਲਟ ਅਪ ਕਰਨਾ ਉਸ ਚੀਜ਼ ਨੂੰ ਅਸੀਂ ਨਾਮ ਦੇ ਦਿੰਦੇ ਕਿ ਵੀ ਵੀ ਰਿਕੁਆਇਰ ਦਾ ਇੰਟੀਗ੍ਰੇਸ਼ਨ। ਹੁਣ ਇੰਟੀਗ੍ਰੇਟ ਜਦੋਂ ਕਰਦੇ ਜਿਹਦਾ ਡਿਫਰੈਂਸ਼ੀਏਸ਼ਨ ਕਰਦੇ ਸੀਗੇ ठीक है जिदा डिफरेंशिएशन करते सी तां वर्ड यूज करते सीगे डिफरेंशिएट बाय विद रिस्पेक्ट टू x ते ਇਹ ਚ ਅਸੀਂ वर्ड यूज ਕੀਤਾ ਸੀਗਾ ਜਦੋਂ ਇੰਟੀਗ੍ਰੇਟ ਕਰਨਾ ਤੇ ਵੀ ਰਾਈਟ ਇੰਟੀਗ੍ਰੇਟ ਉਤੇ d ਦਾ ਡਿਫਰੈਂशिएशन ਸੀ ਇੱਥੇ ਕਰਲ ਸਾਈਨ ਦਾ ਇੰਟੀਗ੍ਰੇਸ਼ਨ ਇੰਟੀਗ੍ਰੇਟ ਬਾय ਵਿਦ ਰਿਸਪੈਕਟ ਟੂ x ਬੋਲਣ ਚ ਵਿਦ ਰਿਸਪੈਕਟ ਟੂ x ਆਂਦਾ ਲਿਖਣ ਚ dx ਆਂਦਾ ਕੁਝ ਵੀ ਇਹਦੇ ਸੀਗਾ डिफरेंशिएट y with respect to x ਹੁਣ y ਦੀ ਵੈਲਿਊ ਕੀ ਹੋ ਸਕਦੀ ਹੈ ਇਹਦੇ ਵਿੱਚ ਆਪਾਂ ਐਸਾ ਚ ਫਸਟ ਕੇਸ ਬਣਾਉਣ ਲੱਗੇ if y equal to x ਪਾਵਰ n ਜਿਹਨੂੰ ਪਾਵਰ ਰੂਲ ਕਹਿੰਦੇ ਸੇਮ ਹੋ ਚ ਵੀ ਆਪਾਂ ਪੜਿਆ ਸੀਗਾ ਠੀਕ ਹੈ। ਇਹਦੇ ਅੰਦਰ ਮੇਰੇ ਕੋਲ ਆ ਜਾਏਗਾ ਕਿ ਜਦੋਂ ਤੁਸੀਂ x ਪਾਵਰ n ਨੂੰ ਇੰਟੀਗ੍ਰੇਟ ਕਰਨਾ ਠੀਕ ਹੈ ਜੀ ਤੇ ਆਪਣੇ ਕੋਲ ਰੂਲ ਇਹ ਸੀਗਾ x ਪਾਵਰ n dx ਤੇ ਇਹਦੀ ਇੰਟੀਗ੍ਰੇਸ਼ਨ ਦਾ ਪਾਵਰ ਰੂਲ ਇਹ ਕਹਿੰਦਾ जिन्नी पावर होएगी उच 1 प्लस करके नवी पावर दे नाल डिवाइड करो ओनु रिकॉल करा रहा ये जो सी क्या सीगा if y equal to x power n then d by dx of x power n होए ते इनो ਆਪਾਂ ਕੀ ਲਿਖਦੇ ਸੀਗੇ n को डिवाइड कर देते थे x के साथ और पावर में से 1 माइनस कर लेते थे n ਨੂੰ x ਨਾਲ ਮਲਟੀਪਲਾਈ और पावर वापस एक माइनस करके यानी अपने को ऐसे n x पावर n - 1 ठीक है आपस में रला ना लियो एक दूसरे तो डिफरेंशिएट करना सीख लियो ਇਹਨੂੰ ਜਦੋਂ ਲਿਖਾਂਗੇ ਇਹਦੇ ਵਿੱਚ ਰੂਲ ਇਹ ਕਹਿੰਦਾ ਉੱਥੇ ਪਹਿਲਾਂ ਪਾਵਰ ਮਲਟੀਪਲਾਈ ਕਰਨੀ ਸੀ ਫਿਰ ਉੱਪਰ ਇੱਕ ਘਟਾਈ ਦੀ ਆ ਮਾਈਨਸ ਕਰੀ ਦੀ ਆ ਇਹਦੇ ਵਿੱਚ ਪੁੱਠਾ ਵਾ ਇਹਦੇ ਵਿੱਚ ਪਹਿਲਾਂ ਇੱਕ ਪਾਵਰ ਵਧਾ ਲਓ ठीक है फिर नवी जितनी पावर बन गई उतनी पावर के नाल डिवाइड करना फॉर एग्जांपल ਇਹਦੇ ਵਿੱਚ ਲਿਖ ਕੇ ਚਲਿए इंटीग्रेट t रेज़ टू पावर 5 विद रिस्पेक्ट टू टाइम ਦੇ ਨਾਲ t पावर 5 ਨੂੰ ਇੰਟੀਗ੍ਰੇਟ ਕਰੋ ਤੇ ਰੂਲ ਸਿੰਪਲ ਇਹ ਹੋਏਗਾ 5 ਚ 1 ਪਲੱਸ ਕਰਕੇ 6 ਬਣ ਗਿਆ ਤੇ 6 ਨਾਲ ਡਿਵਾਈਡ ਕਰ ਦਿਓ ਕੀ ਗੱਲ ਸਮਝ ਆਈ यस सर ਇਹਦੇ ਵਿੱਚ ਆਪਣੀ ਐਗਜ਼ਾਮਪਲ ਲਿਖੀਏ ਕਿ ਆਪਾਂ ਇਹ ਕਹਿ ਸਕਦਾ ਜੀ d/dt of t ਪਾਵਰ 5 ਤੇ ਇਹਦੀ ਡਿਫਰੈਂਸ਼ੀਏਸ਼ਨ ਬਣੀ ਸੀ 5 t ਪਾਵਰ 5 - 1 ਯਾਨੀ 5 t ਪਾਵਰ 4 ਉੱਥੇ ਪਾਵਰ ਡਿਫਰੈਂਸ਼ੀਏਟ ਟੁੱਟਦੀ ਆ ਇਧਰ ਪਾਵਰ ਇੰਟੀਗ੍ਰੇਟ ਵੱਧਦੀ ਆ ਕੀ ਪਹਿਲਾ ਰੂਲ ਕਲੀਅਰ ਆ हां जी सर Yes, sir. सेकंड रूल if y equal to dx मतलब जेडी टर्म ਨੂੰ ਮੈਂ ਇੰਟੀਗ੍ਰੇਟ ਕਰਨ ਲੱਗਿਆ dx में लिखदा 1 लिख देना जे y ਦੀ ਵੈਲਿਊ 1 ਹੋਵੇ मतलब ਇਹ ਹੋਇਆ ਕਿ ਜਿੱਤੇ ਆ ਟਰਮ ਲਿਖੀ ਆ ਠੀਕ ਹੈ ਇਸ ਥਾਂ ਤੇ ਮੇਰੇ ਕੋਲ ਐਸਾ ਚ ਕੱਲਾ ਹੀ dx ਲਿਖਿਆ ਹੋ ਬਹੁਤ ਸਾਰੇ ਕੇਸਿਸ ਆਣਗੇ ਜਦੋਂ ਆਪਣੇ ਕੋਲ ਇੱਥੇ ਕੱਲਾ dt ਲਿਖਿਆ dm ਲਿਖਿਆ dw ਲਿਖਿਆ dx ਲਿਖਿਆ ਅੱਗੇ ਟਰਮ ਕੋਈ ਵੀ ਨਹੀਂ ਲੱਗੀ ਆਪਣੇ ਕੋਲੋਂ ਅਸੀਂ ਇੱਥੇ 1 ਕੰਸੀਡਰ ਕਰ ਲਾਂਗੇ ठीक है ਤੇ 1 ਨੂੰ ਮੈਂ ਆਪਣੇ ਕੋਲੋਂ ਪਾਵਰ ਫਾਰਮ ਚ ਲਿਖਣਾ ਹੋਵੇ ਤੇ ਮੈਂ x ਪਾਵਰ 0 ਪੜਾਂਗਾ ਬੇਟਾ ਕਿਉਂਕਿ ਮੈਥ ਦੇ ਅਕੋਰਡਿੰਗਲੀ ਸੀ ਇਹ ਗੱਲ ਕਰਨੇ ਕਿਸੇ ਟਰਮ ਦੀ ਪਾਵਰ 0 ਹੋਏ ਤਾਂ ਟਰਮ ਆਲਵੇਸ ਕਮ ਆਊਟ ਟੂ ਬੀ 1 ਇਹਦਾ ਮਤਲਬ 1 ਨੂੰ ਤੁਸੀਂ x ਪਾਵਰ 0 ਲਿਖ ਲਓ ਜੇ ਤੇ dt ਲਿਖਿਆ ਹੁੰਦਾ ਤੇ ਮੈਂ t ਪਾਵਰ 0 ਪੜ ਲੈਂਦਾ ਠੀਕ ਹੈ ਤੇ ਇੱਥੇ ਲੱਗ ਗਿਆ ਪਾਵਰ ਨੂੰ ਲੈ ਗਿਆ ਜਿੰਨੀ ਪਾਵਰ ਹੈਗੀ ਆ ਠੀਕ ਹੈ ਹੁਣ ਇੱਕ ਮੈਂ ਗਲਤੀ ਕਰਨ ਲੱਗਿਆ ਸੀ ਕੀ ਗਲਤੀ ਸੀ ਇੰਟੀਗ੍ਰੇਸ਼ਨ ਦਾ ਪਾਵਰ ਨੂੰ ਲਾਣ ਵੀ ਲੱਗਿਆ ਤੇ ਨਾਲ ਕਰਲ ਸਾਈਨ ਵੀ ਪਾਈ ਚੱਲਿਆ ਸੀ ਜਦੋਂ ਇੰਟੀਗ੍ਰੇਸ਼ਨ ਦਾ ਰੂਲ ਲਗਾਣਾ ਵਾ ਉਦੋਂ ਕਰਲ ਸਾਈਨ ਹੋਏਗਾ ਜਦੋਂ ਇੰਟੀਗ੍ਰੇਸ਼ਨ ਦਾ ਰੂਲ ਲੱਗ ਗਿਆ ਕਰਲ ਸਾਈਨ ਹਟ ਜਾਣਾ ਜਿੱਦਾਂ ਉੱਤੇ d/dt ਬਾਅਦ ਚੋਂ ਹਟ ਜਾਂਦਾ ਉਹ ਨਾਲ ਕਿਤੇ ਨਹੀਂ ਚੱਲਦਾ ਇਦਾਂ ਹੀ ਇੱਥੇ ਵੀ ਇਹਦੀ ਇੰਟੀਗ੍ਰੇਸ਼ਨ x ਪਾਵਰ 0 + 1 ਓਵਰ 0 + 1 ਇਹ ਸੋਲਵ ਕਰਕੇ x ਆ ਜਾਣਾ ਕੀ ਸਮਝ ਆਇਆ ਸਰ हाँ जी सर Yes, sir. Yes, sir. तो दोबारा एक्सप्लेन कर दो सर।
ਆਪਾਂ ਇਹ ਕਿਹਾ ਵਾ ਕਿ ਜਦੋਂ 1 ਦੀ ਜਦੋਂ ਆਪਾਂ ਕੱਲਾ ਇੱਥੇ ਕੁਝ ਨਹੀਂ ਨਾ ਲਿਖਿਆ, ਮੈਂ ਐਗਜ਼ਾਮਪਲ ਆ ਦੇ ਰਿਹਾ ਦੇਖੋ, ਮੈਨੂੰ ਲਿਖਿਆ ਜੀ ਆਪਾਂ ਆ ਲਿਖਿਆ ਸੀ ਕੱਲ dw = f * dx। ਮੰਨ ਲਓ ਇਹਦੇ ਵਿੱਚੋਂ f ਕਾਂਸਟੈਂਟ ਆ, ਠੀਕ ਹੈ, ਤੇ ਅਸੀਂ ਕਹਾਂਗੇ s ਜਦੋਂ ਇਹਨੂੰ ਇੰਟੀਗ੍ਰੇਟ ਕਰਨਾ, ਇਧਰ dw ਆ, f ਬਾਹਰ ਇੰਟੀਗ੍ਰੇਸ਼ਨ ਤੋਂ ਬਾਹਰ ਨਿਕਲ ਆਣਾ ਕਾਂਸਟੈਂਟ ਨੇ, ਇੰਟੀਗ੍ਰੇਸ਼ਨ ਆ ਗਈ dx ਦੀ। ਤੇ ਬੱਚੇ ਇਧਰ ਇੱਥੇ ਵੀ ਤੇ ਇੱਥੇ ਵੀ ਕੋਈ ਫੰਕਸ਼ਨ ਨਹੀਂ ਲਿਖਿਆ ਹੋਇਆ, ਕੋਈ x ਤੇ ਡਿਪੈਂਡੈਂਟ ਵੈਲਿਊ ਨਹੀਂ ਲਿਖੀ ਹੋਈ। ਅਸੀਂ ਆਪਣੇ ਕੋਲੋਂ ਇੱਥੇ ਤੇ ਇੱਥੇ 1 ਗਿਣ ਲਿਆ, ਇੱਥੇ 1 ਨੂੰ ਮੈਂ s ਚ w ਪਾਵਰ 0 ਪੜਾਂਗਾ, ਇੱਥੇ ਮੈਂ 1 ਨੂੰ x ਪਾਵਰ 0 ਪੜਾਂਗਾ। ਜੇ ਵਿਦ ਰਿਸਪੈਕਟ ਟੂ x ਇੰਟੀਗ੍ਰੇਸ਼ਨ ਆ ਤੇ x ਪਾਵਰ 0 ਪੜ ਲਓ, ਜੇ ਵਿਦ ਰਿਸਪੈਕਟ ਟੂ w ਇੰਟੀਗ੍ਰੇਸ਼ਨ ਆ ਤੇ w ਪਾਵਰ 0 ਪੜ ਲਓ। ਗੱਲ समझ आई? यस सर। यस सर। यस सर। सर हमने f बाहर क्यों लिया? दोबारा बोलो। f हमने बाहर क्यों लिया? ठीक है, वो तो मैं गल नहीं समझा सर f बाहर क्यों लिया हमने? ओके, जेडी टर्म कांस्टेंट होएगी ना बेटा, जिदा डिफरेंशिएशन च ਆਪਾਂ ਇੱਕ ਰੂਲ ਪੜਿਆ ਸੀਗਾ ਆ ਵਾਲਾ ਕਿ d/dx of c into x power n, ਤੇ ਆਪਾਂ ਕਿਹਾ ਸੀ ਕਾਂਸਟੈਂਟ ਵੀ ਆ ਤੇ ਵੇਰੀਏਬਲ ਵੀ ਆ। ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ ਲਈ ਜਿਹੜੀ ਐਲੀਜੀਬਲ ਟਰਮ ਆ ਨਾ, ਉਹ ਵੇਰੀਏਬਲ ਆ, ਕਾਂਸਟੈਂਟ ਨਹੀਂ। ਇਸ ਲਈ ਕਾਂਸਟੈਂਟ ਨੂੰ ਡਿਫਰੈਂਸ਼ੀਏਸ਼ਨ ਚੋਂ ਵੀ ਬਾਹਰ ਕੱਢਣਾ ਪੈਂਦਾ ਤੇ ਕਾਂਸਟੈਂਟ ਨੂੰ ਇੰਟੀਗ੍ਰੇਸ਼ਨ ਚੋਂ ਵੀ ਬਾਹਰ ਕੱਢਣਾ ਪੈਂਦਾ। ਤੇ ਆਪਾਂ ਇਹਨੂੰ ਲਿਖ ਦਿੱਤਾ ਸੀ c ਬਾਹਰ ਰੱਖ ਦਿਓ ਤੇ d/dx of x power n ਤੱਕ, ਠੀਕ ਹੈ। ਸੇਮ ਇਹਦੇ ਅੰਦਰ ਮੈਥਡ ਆ ਕਿ ਜੇ f ਨੂੰ ਕਾਂਸਟੈਂਟ ਮੰਨਦਾ ਹੋਵਾਂ, ਹੁਣ ਇਹ ਜਦੋਂ ਆਪਾਂ ਟੌਪਿਕ ਪੜਾਂਗੇ ਉੱਥੇ ਜਾ ਕੇ ਦੇਖਾਂਗੇ f ਕਾਂਸਟੈਂਟ ਹੈਗਾ ਵੀ ਆ ਕਿ ਨਹੀਂ ਆ। ਇਸ ਵੇਲੇ ਆਪਾਂ ਇਹਨੂੰ ਸਪੋਜ਼ ਕੀਤਾ ਵਾ ਕਿ ਵੀ f ਕਾਂਸਟੈਂਟ ਆ, इंटीग्रेशन जो बाहर आ गया। क्लियर है मानी? सर एक अपना अगर हमने जैसे ये 1 के लिए ये सिर्फ रूल एप्लीकेबल है या फिर सारे कांस्टेंट्स के लिए? देखो तो कांस्टेंट कोई भी होगी, मान लो इतने ਜਿਹੜੀ इंटीग्रेशन कर रहे हैं 7 * dt ਦੀ ਹੋगी, ठीक है ना, ਤੇ 7 ਬਾਹਰ ਆ ਗਿਆ, ਅੰਦਰ ਕੱਲਾ dt ਹੈ। ਹੁਣ ਇੱਥੇ ਕੱਖ ਨਹੀਂ ਦਿਖਦਾ ਪਿਆ ਤੇ ਅਸੀਂ ਆਪਣੇ ਕੋਲੋਂ 1 ਗਿਣਿਆ, 1 ਨੂੰ ਅਗਲੀ ਲਾਈਨ 'ਚ ਮੈਂ t ਪਾਵਰ 0 ਗਿਣਿਆ, ਫਿਰ ਪਾਵਰ ਨੂੰ ਲਾ ਦਾਂਗਾ। ओके सर। पर एक चीज हम जनरलाइज कर देना, ਉਹਨੂੰ ਦਿਮਾਗ 'ਚ ਰੱਖ ਲਿਓ। ਆਪਾਂ ਜਦੋਂ ਸਾਰਾ ਕੁਝ ਕਰਨਾ ਨਾ, ਆਪਾਂ ਇੰਨੇ ਸਟੈਪ ਲਿਖਣੇ ਨਹੀਂ ਹੋ, ਆਪਾਂ ਕਦੇ ਵੀ ਇੰਨੇ ਸਟੈਪ ਲਿਖਦੇ। ਆਪਾਂ ਨੂੰ ਇਹ ਪਤਾ ਕਿ ਜਦੋਂ ਇੱਥੇ ਐਸ ਸੱਚ ਕੱਲੀ dx ਲਿਖਿਆ ਹੋਇਆ, ਨਾਲ ਇੱਥੇ ਇੰਟੀਗ੍ਰੇਸ਼ਨ ਦੇ ਅੰਦਰ ਕੁਝ ਨਹੀਂ ਹੋ, ਇਹਦੀ ਇੰਟੀਗ੍ਰੇਸ਼ਨ ਡਾਇਰੈਕਟ ਆਪਾਂ x ਲਿਖ ਦਿਆ ਕਰਨੀ, ਆ ਸਟੈਪ ਲਿਖਣ ਦੀ ਲੋੜ ਨਹੀਂ ਹੋਈ। ਹਾਂ, ਪਤਾ ਹੋਣਾ ਚਾਹੀਦਾ ਬਣੇ ਕਿਦਾਂ। ਇਸ ਲਈ ਫਸਟ ਟਾਈਮ ਪੜ੍ਹਦੇ ਪਏ ਹੋ ਤੇ ਵਿਚਲੇ ਸਟੈਪ ਲਿਖੇ ਆ, ਜਦੋਂ ਨਾਰਮਲ ਯੂਜ਼ਰਸ ਦੇ ਵਿੱਚ ਇਹ ਚੀਜ਼ ਆ ਜਾਏਗੀ, ਕਿਤੇ ਕੱਲਾ dw ਲਿਖਿਆ ਇੰਟੀਗ੍ਰੇਸ਼ਨ, ਕੱਲਾ dm ਲਿਖਿਆ ਇੰਟੀਗ੍ਰੇਸ਼ਨ, ਆਪਾਂ ਉੱਥੇ ਸਟੈਪ ਕਰਕੇ ਨਹੀਂ ਲਿਖਾਣੇ ਕਿ ਵੀ ਆ ਵਿਚਲੇ ਸਟੈਪ ਦਿਖਾ ਦਿਓ। ਆਪਾਂ ਇੱਥੇ ਸਿੱਧੀ ਇੰਟੀਗ੍ਰੇਸ਼ਨ m, ਇਹਦੀ ਸਿੱਧੀ ਇੰਟੀਗ੍ਰੇਸ਼ਨ w ਲਿਖਾਂ। ਕਲੀਅਰ? यस सर। ਸੋ ਐਸਐਚ ਇੱਥੇ ਮੇਰੇ ਕੋਲ ਸੈਕੰਡ ਰੂਲ ਫਿਰ ਇਹ ਆ ਗਿਆ ਕਿ ਕੱਲਾ ਜਦੋਂ ਮੇਰੇ ਕੋਲ ਐਸਐਚ ਜਿਹਦੀ ਇੰਟੀਗ੍ਰੇਸ਼ਨ ਕਰ ਰਹੇ ਆ ਉਹ 1 ਵਾ 7 ਆ 9 ਆ, ਕੋਈ ਕਾਂਸਟੈਂਟ ਆ, ਕਾਂਸਟੈਂਟ ਬਾਹਰ ਰੱਖ ਲਓ, ਇਹਦੇ ਨਾਲ ਕੁਝ ਨਹੀਂ ਤੇ x ਪਾਵਰ 0 ਲਿਖ ਲਓ, dt ਲਿਖਿਆ ਹੁੰਦਾ ਤੇ t ਪਾਵਰ 0 ਪੜ ਲਵਾਂ ਤੇ ਪਾਵਰ ਨੂੰ ਲਗਾ ਕੇ ਵੈਲਿਊ ਮੇਰੇ ਕੋਲ ਆ ਜਾਏ। क्या सेकंड रूल क्लियर? यस सर, क्लियर है। if y equal to c into x power n, कांस्टेंट भी आ गया, वेरिएबल भी आ गया, उन्हीं गल करके हटे हम, ठीक है जी। जे कांस्टेंट ते वेरिएबल दोनों में ते तुसी कांस्टेंट नो इंटीग्रेशन जो बाहर रख दियो ते इंटीग्रेशन कर ले एसएच वेरिएबल दी लिख दियो ते आ इन्नी चीज नु सर्कल करदा मैं, इहदा पहला रूल है x पावर n वाला, ਉਹੀ ਸੇਮ ਜੋ ਪਾਵਰ ਨੂੰ ਉੱਤੇ ਲੱਗਿਆ ਉਹਨੂੰ c ਨਾਲ ਮਲਟੀਪਲਾਈ ਕਰ ਦਿਓ, ਇਹ c * x ਪਾਵਰ n + 1 ਓਵਰ n + 1। एग्जांपल लिख दियो, अपने को आ गया इंटीग्रेशन ऑफ 5t पावर 3, ठीक है, ते 5 कांस्टेंट का बाहर रह गया ते t क्यूब दी इंटीग्रेशन आ मुंह जो नहीं कर दियो, कहते सीधा t पावर 4/4 आ जाएगा। क्लियर है जी स्टेप? यस सर। हाँ जी सर। यस सर। जी सर। इनमें कोई डाउट है बेटा? सर एक बार एग्जांपल दोबारा एक्सप्लेन करना।
नहीं ਆਪਾਂ ਕੀ ਕਰਨਾ ਪੁੱਤ ਆਪਣੇ ਕੋਲ ਜਦੋਂ ਆਪਾਂ ਇੰਟੀਗ੍ਰੇਟ ਕਰਨਾ 5 ਕਨਸਟੈਂਟ ਆ ਬਾਹਰ ਨਿਕਲ ਗਿਆ ਇੰਟੀਗ੍ਰੇਸ਼ਨ ਕਿਹਦੀ ਰਹਿ ਗਈ t ਕਿਊਬ ਦੀ ਤੇ ਆ ਆਪਣੇ ਆਪ ਚ ਪਾਵਰ ਰੂਲ ਹੀ ਬਣਿਆ बेटा सर इसका मतलब हमने डिफरेंशिएशन की तरह जीरो नहीं कर देना कांस्टेंट को बाहर ले जाएंगे। नहीं पुੱਤ ਇੱਥੇ ਵੀ ਦੇਖੋ ਜਦੋਂ ਕਨਸਟੈਂਟ ਵੇਰੀਏਬਲ ਦੇ ਨਾਲ ਪ੍ਰੋਡਕਟ ਫਾਰਮ ਚ ਠੀਕ ਹੈ ਤੇ ਉਦੋਂ ਅਸੀਂ ਇਹ ਚ ਵੀ ਕਨਸਟੈਂਟ ਨੂੰ ਜ਼ੀਰੋ ਨਹੀਂ ਕੀਤਾ ਕਨਸਟੈਂਟ ਬਾਹਰ ਰੱਖ ਦਿੱਤਾ ਠੀਕ ਹੈ ਗੱਲ ਸਮਝ यस सर आके ਹਾਂ ਜਿਹੜੀ ਚੀਜ਼ ਤੂੰ ਕਹਿ ਰਿਹਾ ਨਾ ਜੇ ਇਦਾਂ ਹੁੰਦਾ d1 dx of c plus x ਪਾਵਰ n ਹੁਣ ਇਹ ਦੋ ਵੱਖਰੀਆਂ ਟਰਮ ਇਹਦੀ ਸੈਪਰੇਟ ਆ ਇਹਦੀ ਸੈਪਰੇਟ ਆ ਇਹਦੀ ਫਿਰ ਕੱਲੇ ਕਾਂਸਟੈਂਟ ਦੀ ਜਦੋਂ ਕਰਾਂਗਾ ਉੱਥੇ ਅਸੀਂ ਕਹਿੰਦੇ ਜੀ ਜ਼ੀਰੋ ਆ ਕਲੀਅਰ ਆ यस सर क्लियर हो गया सर समझ आ गया। एक्सक्यूज मी सर हाँ बच्चे सर जो हमने इंटीग्रेशन में dt लिखा है उसमें t को पावर नहीं देंगे क्यों दोबारा बोलियो सर जैसे आपने लिखा है ना 5 इंटीग्रेशन साइन t क्यूब फिर dt लिखा है तो सर जो t है उस पे क्यूब नहीं आएगा अंदर dt वाले में हाँ सर इसी वाले t पे ਇੱਥੇ ਕਹਿ ਰਹੀ ਆ हाँ जी सर ਨਹੀਂ ਪੁੱਤ ਬੱਚੇ ਅਸਲ ਚ ਪਤਾ ਕੀ ਚੀਜ਼ ਆ ਦੇਖੋ ਆਪਾਂ ਜਦੋਂ ਇੰਟੀਗ੍ਰੇਟ ਕਰਦੇ ਹਾਂ ਨਾ ਆਪਾਂ ਆ ਚੀਜ਼ ਇਦਾਂ ਪੜ੍ਹਦੇ y is a function of x ਆ ਜੋ ਲਿਖਦਾ ਪਿਆ ਇਹਦਾ ਮਤਲਬ ਇਹ ਹੈਗਾ ਕਿ ਜਦੋਂ ਤੁਸੀਂ ਇੰਟੀਗ੍ਰੇਟ ਕਰਨਾ ਨਾ ਆਪਾਂ ਇੰਟੀਗ੍ਰੇਟ ਕਿਹਨੂੰ ਕਰਨਾ ਕਿਸੇ x ਡਿਪੈਂਡੈਂਟ ਫੰਕਸ਼ਨ ਨੂੰ ਕਰਨਾ ਜਿਵੇਂ ਤੇ ਵਿਦ ਰਿਸਪੈਕਟ ਟੂ x ਲਿਖਿਆ ਇੱਥੇ ਯਾਨੀ ਮੇਰਾ ਕੋਈ ਫੰਕਸ਼ਨ ਲਿਖਿਆ ਜਾਣਾ ਠੀਕ ਹੈ ਉਹ ਫੰਕਸ਼ਨ t ਕਿਊਬ ਆ 5d ਕਿਊਬ ਆ ਇਹਦਾ ਕਿਊਬ ਨਹੀਂ ਹੋਣਾ ਇਹਦੇ ਰਿਸਪੈਕਟਿਵਲੀ ਇਸ ਟਰਮ ਨੂੰ ਅਸੀਂ ਇੰਟੀਗ੍ਰੇਟ ਕਰਦੇ ਪਏ ਜਿੱਦਾਂ ਮੈਂ ਆ ਲਿਖ ਦਵਾਂ t ਕਿਊਬ dt ਤੇ ਪੁੱਤ ਮੈਂ ਆ ਇੱਥੇ ਕਿਊਬ dt ਦਾ ਨਹੀਂ ਪਾ ਸਕਦਾ ओके सर ਮਨੇ ਇਹੀ ਪੁੱਛ ਰਿਹਾ ਨਾ ਪੁੱਤ ਤੂੰ हाँ जी सर ਹਾਂ ਜੇ ਇਹਦੇ ਇਸ ਟਰਮ ਦੇ ਰਿਸਪੈਕਟਿਵਲੀ ਇੰਟੀਗ੍ਰੇਟ ਹੋ ਰਿਹਾ ਇਹ ਇੰਟੀਗ੍ਰੇਟ ਨਹੀਂ ਹੋ ਰਹੀ ਟਰਮ ਇੱਕ ਹੋਰ ਡਾਊਟ ਕਈ ਵਾਰੀ ਬਣੂਗਾ ਹੁਣ ਉਹ ਵੀ ਗੱਲ ਸਮਝਿਓ ਇਹਦੀ ਇੰਟੀਗ੍ਰੇਸ਼ਨ ਕਰਾਂ ਮੈਂ ਜਿਹੜਾ ਆਪਾਂ ਮੰਨ ਲਓ ਬਾਹਰ 5 ਲਿਖਿਆ ਸੀਗਾ ਇਹਦੀ ਇੰਟੀਗ੍ਰੇਸ਼ਨ ਕਰਾਂ 5 ਮੇਰੇ ਕੋਲ ਐਸਾ ਆ ਗਿਆ ਇੱਥੇ ਲਾ ਲਿਆ ਪਾਵਰ ਨੂੰ ਦੇ ਅਕੋਰਡਿੰਗਲੀ t ਪਾਵਰ 4/4 ਇੱਕ ਕਈਆਂ ਨੇ ਗਲਤੀ ਕਰਨੀ ਉਹ ਕਹਿੰਦਾ t ਕਿਊਬ ਦੀ ਤਾਂ ਇੰਟੀਗ੍ਰੇਸ਼ਨ ਹੋ ਗਈ ਹੈਨਾ ਤੇ dt ਦੀ ਵੀ ਤਾਂ ਇੰਟੀਗ੍ਰੇਸ਼ਨ t ਹੋਊਗੀ ਉਹ ਕਹਿੰਦਾ ਜੀ dt ਦੀ ਇੰਟੀਗ੍ਰੇਸ਼ਨ t ਇੱਕ ਹੋਰ ਲਾ ਦਿਓ ਆ ਨਹੀਂ ਹੋਣਾ ਆ ਜੋ ਮੈਂ ਕੀਤਾ ਵਾ ਕਿਉਂ ਉਹ ਕਹਿੰਦਾ ਇੱਥੇ ਤਾਂ ਅਸੀਂ ਕਿਹਾ ਸੀਗਾ ਕਿ ਕਹਿੰਦਾ dx ਹੋਵੇ ਤੇ ਇਹਦੀ ਇੰਟੀਗ੍ਰੇਸ਼ਨ x ਆਈ ਆ ਤੇ ਬੱਚੇ ਇਹ dx ਦੀ x ਨਹੀਂ ਆਈ ਇਹ ਇੰਟੀਗ੍ਰੇਸ਼ਨ dx ਦੀ x ਨਹੀਂ ਆਈ dx ਦੇ ਨਾਲ ਲੱਗਿਆ ਹੋਇਆ ਜਿਹੜਾ ਫੰਕਸ਼ਨ ਹੋਏਗਾ dx ਦੇ ਨਾਲ ਜਿਹੜਾ ਇੱਥੇ ਫੰਕਸ਼ਨ ਲੱਗਾ ਉਹਦੀ ਇੰਟੀਗ੍ਰੇਸ਼ਨ ਸੋਲਵ ਕਰਕੇ x ਆਈ ਇੱਥੇ ਜੇ ਕੋਈ ਨਹੀਂ ਫੰਕਸ਼ਨ ਸੀਗਾ ਇੱਥੇ 1 ਸੀਗਾ ਇਹ 1 ਦੀ ਇੰਟੀਗ੍ਰੇਸ਼ਨ x ਬਣੀ ਆ ਨਾ ਕਿ dx ਦੀ ਇੰਟੀਗ੍ਰੇਸ਼ਨ x ਹੈਗੀ ਆ ਗੱਲ ਸਮਝ ਲੱਗੀ ਜੋ ਦੱਸਦਾ ਪਿਆ ਹਾਂਜੀ ਸਰ यस सर मतलब नॉर्मली कई जने दी कंफ्यूजन है बन जाती है वो कहते सर t क्यूब दी तो होगी इंटीग्रेशन t पावर 4/4 आ गई आ dt दी भी तो करनी सी dt दी इंटीग्रेशन ही होनी जेडी टर्म दी इंटीग्रेशन करनी आ उच दो कंपोनेंट ने एक कर्ल साइन दा होना एक नाल dt dx दा होना इंटीग्रेशन इथे लिखे फंक्शन दी होनी आ ना dt दी इंटीग्रेशन आ ते ना कर्ल साइन दी कोई इंटीग्रेशन आ इना क्लियर आ हाँ जी सर सिर्फ जो फंक्शन है वही करना बाकी सारा कुछ एक्सक्लूड कर देना। क्योंकि ਆਪਾਂ ਇੰਟੀਗ੍ਰੇਟ ਹੀ ਤਾਂ ਫੰਕਸ਼ਨ ਨੂੰ ਕਰਦੇ ਪਏ ਨੇ ਹਨਾ ਇਹਦੇ ਰਿਸਪੈਕਟਿਵਲੀ ਕੀਤਾ ਇਹਦੇ ਹਿਸਾਬ ਨਾਲ ਅਸੀਂ ਚੇਂजेस ਨੋਟ ਕੀਤੀਆਂ ਕੀਆਂ ਕਰਾਂ ਕੰਟੀਨਿਊ यस सर सर इफ y Yes. इक्वल्स टू 1 की जगह 2 हो फिर क्या करेंगे? ਦੁਬਾਰਾ ਬੋਲੋ सर इफ y इक्वल्स टू 1 की जगह वहां पर 2 लिखते हैं हम तो क्या करें? तो लिख दो ਆਪਾਂ 2 ਲਿਖ ਦਈਏ ਆਪਾਂ 11 ਲਿਖ ਦਿੰਦੇ ਠੀਕ ਹੈ ਨਾ ਮੈਂ ਇੱਥੇ 11 ਲਿਖ ਲਿਆ ਪਰ ਹੁਣ 11 ਪਾਵਰ 0 ਤਾਂ ਨਹੀਂ ਨਾ ਮੈਂ ਲਿਖੂੰਗਾ ਆਪਾਂ ਕਹਾਂਗੇ 11 ਕਾਂਸਟੈਂਟ ਆ ਬਾਹਰ ਆ ਗਿਆ ਯਾਨੀ ਇਹਨੂੰ ਮੈਂ ਲਿਖਣਾ ਹੋਵੇ ਤਾਂ ਮੈਂ ਪੜੂੰਗਾ ਜੀ 11 ਕਾਂਸਟੈਂਟ ਆ ਬਾਹਰ ਆ ਗਿਆ ਅੰਦਰ ਕੱਲਾ dx ਆ ਤੇ ਇੱਥੇ 1 ਲਾਣਾ ਹੀ ਪੈਣਾ ਵਾ ਠੀਕ ਹੈ ਨਾ ਇੱਥੇ 1 ਨੂੰ x ਪਾਵਰ 0 ਸੋਚਣਾ ਹੀ ਪੈਣਾ ਵਾ ਠੀਕ ਹੈ ਨਾ ਕਾਂਸਟੈਂਟ ਬਾਹਰ ਕੱਢ ਕੇ ਰੱਖ ਦਿਓ ਆਪਾਂ 11 ਲਿਖਿਆ 11 ਨੂੰ ਆਪਾਂ 11 into 1 dx ਪੜ ਲਾਂਗੇ ਠੀਕ ਹੈ ਨਾ ओके सर करा कंटिन्यू क्लियर निकल हाँ जी चलो
सेकंड रूल आ मैं रिपीट कर देना इसको एक बार लिख लिया ਆਪਾਂ पूरा जे कल्ली टर्म मेरे को ਜਿਹੜੀ ਆ ठीक है वो dx ਸੀਗੀ ਤੇ ਆਪਾਂ ਕਿਹਾ ਕਿ dx ਦੀ ਜਗ੍ਹਾ ਤੇ ਅਸੀਂ 1 dx ਪੜਿਆ ਜਿਹਨੂੰ ਅਸੀਂ x ਪਾਵਰ 0 dx ਲਿਖਿਆ और फाइनली रिजल्ट मेरे को लेना है क्या आ रूल क्लियर करा कंटिन्यू जी Yes, sir. हाँ जी सर Yes, sir. एक डिफरेंशिएशन जब ਆਪਾਂ रूल पढ़िया ਸੀਗਾ d/dx of ax plus b पावर n अंदर वाली टर्म कुछ और भी हो सकती है ठीक है पर नाल बाहर पावर ਤੇ ਇਸ ਰੂਲ ਦੇ ਅੰਦਰ ਅਸੀਂ ਕਿਹਾ ਸੀ ਪਹਿਲਾਂ ਪਾਵਰ ਦੀ ਡਿਫਰੈਂਸ਼ੀਏਸ਼ਨ ਫਿਰ ਬੇਸ ਦੀ ਡਿਫਰੈਂਸ਼ੀਏਸ਼ਨ ਆਪਾਂ ਇਹਨੂੰ ਇਦਾਂ ਲਿਖਿਆ ਸੀ n ax b ਦੀ ਪਾਵਰ n 1 ਜਿੰਨੀ ਪਾਵਰ ਬੇਸ ਨਾਲ ਮਲਟੀਪਲਾਈ ਉੱਪਰ ਇੱਕ ਪਾਵਰ ਮਾਈਨਸ ਉਸ ਤੋਂ ਬਾਅਦ ਬੇਸ ਦੀ ਡਿਫਰੈਂਸ਼ੀਏਸ਼ਨ ਸੈਪਰੇਟ यानी एक लिख रहे हैं ਇਹਦਾ ਰਿਜ਼ਲਟ ਹੈ ਸੀ n ax b पावर n 1 into d/dx of ax plus b कितने सीगा जी Yes, sir. हाँ जी सर Yes, sir. सेम रूल इंटीग्रेशन ठीक है जी if y equal to ax plus b पावर n हुए और यदि इंटीग्रेशन करनी है इंटीग्रेशन ऑफ ax plus b पावर n into dx ਤੇ ਇੰਟੀਗ੍ਰੇਸ਼ਨ ਦਾ ਪਾਵਰ ਫਿਰ ਉਹਦੇ ਲਾ ਲਓ ਜਿੱਦਾਂ ਕਿ ਲਾਣੇ ਜਿੰਨੀ ਪਾਵਰ ਇੱਕ ਪਲੱਸ ਨਵੀਂ ਪਾਵਰ ਨਾਲ ਡਿਵਾਈਡ ax plus b ਪਾਵਰ n plus 1 ਤੇ n plus 1 ਨਾਲ ਡਿਵਾਈਡ ਇਹਦਾ ਬਣ ਗਿਆ ਪਾਵਰ ਰੂਲ ਅੱਗੇ ਚਲੋ ਬੇਸ ਦਾ ਇਹ ਚ ਅਸੀਂ ਕਿਹਾ ਆ ਗੱਲ ਨੂੰ ਧਿਆਨ ਨਾਲ ਦਿਮਾਗ 'ਚ ਰੱਖਣ ਵਾਲੀ ਆ ਇਹ ਚ ਅਸੀਂ ਕਿਹਾ ਕਿ ਜਿੰਨਾ ਬੇਸ ਆ ਉਹਦੀ ਡਿਫਰੈਂਸ਼ੀਏਸ਼ਨ ਦੇ ਨਾਲ ਇਸ ਸਾਰੀ ਟਰਮ ਨੂੰ ਮਲਟੀਪਲਾਈ ਕਰ ਦੋ ਇਹਦੇ ਵਿੱਚ ਕਵਾਂਗੇ ਜਿੰਨਾ ਆ ਬੇਸ ਦੀ ਡਿਫਰੈਂਸ਼ੀਏਸ਼ਨ ਇੰਟੀਗ੍ਰੇਸ਼ਨ ਨਹੀਂ ਕਹਿ ਰਿਹਾ ਬੇਸ ਦੀ ਡਿਫਰੈਂਸ਼ੀਏਸ਼ਨ ਨਾਲ ਡਿਵਾਈਡ ਕਰ ਦੋ यानी इनटू इथे जो लगेगा d/dx of ax plus b ਉਥੇ ਜਿੰਨੀ ਡਿਫਰੈਂਸ਼ੀਏਸ਼ਨ ਦੇ ਨਾਲ ਮਲਟੀਪਲਾਈ ਹੁੰਦਾ ਇਹ ਚ ਓਨੀ ਡਿਫਰੈਂਸ਼ੀਏਸ਼ਨ ਦੇ ਨਾਲ ਮੇਰੇ ਕੋ ਡਿਵਾਈਡ ਹੁੰਦਾ ਇਹ ਚ ਇੰਟੀਗ੍ਰੇਸ਼ਨ ਵੀ ਹੋਈ ਤੇ ਜਿਹੜਾ ਬੇਸ ਆ ਉਹਦੀ ਡਿਫਰੈਂਸ਼ੀਏਸ਼ਨ ਵੀ ਉਥੇ ਬੇਸ ਦੀ ਡਿਫਰੈਂਸ਼ੀਏਸ਼ਨ ਨਾਲ ਮਲਟੀਪਲਾਈ ਆ ਇੱਥੇ ਬੇਸ ਦੀ ਡਿਫਰੈਂਸ਼ੀਏਸ਼ਨ ਨਾਲ ਡਿਵਾਈਡ ਆ ਸਮਝ ਆਇਆ ਰੂਲ Yes, sir. हाँ जी सर Yes, sir. Yes, sir. ਉਸ ਤੋਂ ਬਾਅਦ ਆਪਾਂ ਟ੍ਰਿਗਨੋਮੈਟ੍ਰਿਕ ਰਿਲੇਸ਼ਨਸ ਕੀਤੇ ਸੀਗੇ ਉਹਦੀ ਗੱਲ ਕਰ ਰਹੇ ਹਾਂ ਇਹ ਚ ਆਪਾਂ ਇੱਕ ਰੂਲ ਕੀਤਾ ਸੀਗਾ d/dx of sin ax ਠੀਕ ਹੈ sin ax ਦੀ ਡਿਫਰੈਂਸ਼ੀਏਸ਼ਨ ਅਸੀਂ ਕਿਹਾ ਸੀਗਾ sin ਦੀ ਜਦੋਂ ਡਿਫਰੈਂਸ਼ੀਏਸ਼ਨ ਕਰਦੇ ਉਹ ਪਲੱਸ cos ਦੇ ਵਿੱਚ ਚੇਂਜ ਹੋ ਜਾਂਦਾ ਯਾਨੀ ਇਹਨੂੰ ਤੁਸੀਂ ਪਲੱਸ cos ax ਕਰ ਦੋਗੇ और उस तो बाद ਇਹਦਾ ਜਿਹੜਾ ਕੋਐਫੀਸ਼ੀਐਂਟ ਹੈਗਾ ਇਹਦੀ ਡਿਫਰੈਂਸ਼ੀਏਸ਼ਨ ਦੇ ਨਾਲ ਇਹਨੂੰ ਮਲਟੀਪਲਾਈ ਮਤਲਬ ਇਹ ਸੀਗਾ d/dx of ax ਨਾਲ ਉਹਨੂੰ ਮਲਟੀਪਲਾਈ ਤੇ ਪੁੱਤ ਇਹਦੇ ਵਿੱਚ ਵੀ ਇਹਦਾ ਦਾ ਹੀ ਕੋਈ ਰੂਲ ਹੈਗਾ if y equal to sin of ax ਜਿਹਦਾ sin ax ਦੀ ਡਿਫਰੈਂਸ਼ੀਏਸ਼ਨ ਪਲੱਸ cos ax ਆ sin ax ਦੀ ਡਿਫਰੈਂਸ਼ੀਏਸ਼ਨ ਦੀ ਜਗ੍ਹਾ ਤੇ ਇੰਟੀਗ੍ਰੇਸ਼ਨ ਮਾਈਨਸ cos ax ਆ ਜਾਏਗੀ ਮਤਲਬ ਇਹਦੀ ਇੰਟੀਗ੍ਰੇਸ਼ਨ ਕਰਾਂ ਤੇ ਇਹਦੀ ਇੰਟੀਗ੍ਰੇਸ਼ਨ sin ax ਦੀ ਇੰਟੀਗ੍ਰੇਸ਼ਨ ਇਹ ਮਾਈਨਸ cos ax ਆਏਗੀ ਦੂਜਾ ਵਰਡ ਉੱਥੇ ਜਿਹੜਾ ਕੋਐਫੀਸ਼ੀਐਂਟ ਸੀਗਾ ax ਉਹਦੀ ਡਿਫਰੈਂਸ਼ੀਏਸ਼ਨ ਦੇ ਨਾਲ ਮਲਟੀਪਲਾਈ ਇੱਥੇ ਜਿਹੜਾ ਕੋਐਫੀਸ਼ੀਐਂਟ ਹੈਗਾ ax ਉਹਦੀ ਡਿਫਰੈਂਸ਼ੀਏਸ਼ਨ ਦੇ ਨਾਲ ਡਿਵਾਈਡ समय लगी गल यस सर सर हाँ जी बच्चे सर जो आपने फोर्थ वाला किया था सर उसमें हमें पूरी डिफरेंशिएशन भी करनी पड़ेगी हाँ बिल्कुल बिल्कुल यानी इसे ਲਈ ਜੇ ਮੈਂ ਹੁਣ ਇਹ ਇੰਟੀਗ੍ਰੇਸ਼ਨ ਪਹਿਲੋਂ ਕਰਾਂਦਾ ਡਿਫਰੈਂਸ਼ੀਏਸ਼ਨ ਬਾਅਦ ਚੋਂ ਕਰਾਂਦਾ ਤੇ ਆ ਸਟੈਪ ਨੇ ਆਪਾਂ ਨੂੰ ਔਖਾ ਕਰ ਦੇਣਾ ਸੀ ਇਹ ਕਿੱਥੋਂ ਆ ਗਿਆ ਇਹ ਕੀ ਹੁੰਦਾ ਹੁਣ ਆਪਾਂ ਨੂੰ ਇਹ ਪਤਾ ਕਿ ਵੀ ਡਿਫਰੈਂਸ਼ੀਏਸ਼ਨ ਕੀ ਚੀਜ਼ ਆ ਇਸ ਲਈ ਇਹ ਦਿਮਾਗ 'ਚ ਰੱਖਾਂਗੇ ਜਦੋਂ ਇੰਟੀਗ੍ਰੇਸ਼ਨ ਕਰਾਂਗੇ ਤੇ ਬਹੁਤ ਸਾਰੇ ਰੂਲਸ ਨੇ ਜਿਸ 'ਚ ਆਪਾਂ ਨੂੰ ਡਿਫਰੈਂਸ਼ੀਏਸ਼ਨ ਵੀ ਨਾਲ ਚਾਹੀਦੀ ठीक है सर आप फिर उसको n+1 में ऐड करना है कि मल्टीप्लाई करना है पूरी डिफरेंशिएशन को सारे बच्चे आ डॉट पाया मल्टीप्लाई कर ठीक है सर थैंक यू सर चलो ਹੁਣ ਇਦਾਂ ਹੀ ਇਹਦੇ ਵਿੱਚ ਚਲੀਏ ਐਗਜ਼ਾਮਪਲ ਲਿਖ ਰਹੇ ਹਾਂ ਦੋਨਾਂ ਦੀ ਹੁਣ ਇੱਕ ਆਪਾਂ ਇਹਦੇ ਵਿੱਚ ਕਹੀਏ d/dt of
sin 5t sin 5t ਦੀ ਡਿਫਰੈਂਸ਼ੀਏਸ਼ਨ ਕਰੋ ਤੇ ਅਸੀਂ ਕਿਹਾ ਸੀ sin ਨੇ cos ਚ ਬਦਲ ਜਾਣਾ, ਇਹਦੀ ਡਿਫਰੈਂਸ਼ੀਏਸ਼ਨ cos 5t। ਹੁਣ ਇਹਨਾਂ ਯਾਦ ਰੱਖ ਲਓ, ਜਦੋਂ 5t ਦੀ ਆਪਾਂ ਮੁੜ ਕੇ ਡਿਫਰੈਂਸ਼ੀਏਸ਼ਨ ਕਰਨੀ ਆ, ਠੀਕ ਹੈ, ਜਿਹਨੇ ਇਹਨਾਂ ਮਲਟੀਪਲਾਈ ਹੋਣਾ, ਉਹ ਚ ਮੈਂ ਕਿਹਾ ਸੀ ਆ 5 ਜਿਹੜਾ ਵਾ ਯਾਰ ਪੁੱਤੇ ਦੀ ਡਿਫਰੈਂਸ਼ੀਏਸ਼ਨ ਕਿੱਦਾਂ ਕੀਤੀ ਸੀ, yes sir ਕੀ ਆਏਗਾ ਨਾਲ? यस सर 5 sir into 5 cos 5 5 5 d का dt of 5t है ना, ਤੇ 5t ਦੀ ਡਿਫਰੈਂਸ਼ੀਏਸ਼ਨ ਸੋਲਵ ਕਰਕੇ 5 ਬਚੀ, ਤੇ ਉਹ 5 ਮੈਂ ਕਿਹਾ ਸੀ ਆ ਐਂਗਲ ਵਾਲੀ ਚੀਜ਼ ਨਾਲ ਮਲਟੀਪਲਾਈ ਵੀ ਹੋਣਾ, 5 ਕੋਐਫੀਸ਼ੀਐਂਟ ਬਣ ਕੇ ਅੱਗੇ ਲੱਗਣਾ ਵਾ। ਇਹਦਾ ਮਤਲਬ ਇਹਦਾ ਰਿਜ਼ਲਟ ਸੀਗਾ 5 cos cos 5t, 5t ਠੀਕ ਹੈ, ਜਿਹੜੀ sin ਦੀ ਜਗ੍ਹਾ ਤੇ cos 5t ਲਿਖਤਾ, ਤੇ ਜਿੰਨਾ ਕੋਐਫੀਸ਼ੀਐਂਟ ਆ ਉਹ ਅੱਗੇ ਮਲਟੀਪਲਾਈ। ਇਹਦੇ ਵਿੱਚ ਕੀ ਹੋਊਗਾ, ਕਹਿੰਦਾ ਜੀ ਜੇ sin 5t ਦੀ ਇੰਟੀਗ੍ਰੇਸ਼ਨ ਆ, ਜੇ sin 5t ਦੀ ਇੰਟੀਗ੍ਰੇਸ਼ਨ ਆ, ਇਹਦੀ ਇੰਟੀਗ੍ਰੇਸ਼ਨ ਮਾਈਨਸ cos 5t, ਇੱਕ ਤੇ ਇਹ ਫਰਕ ਧਿਆਨ ਚ ਰੱਖਿਓ, sin ਦੀ ਡਿਫਰੈਂਸ਼ੀਏਸ਼ਨ ਪਲੱਸ cos ਬਣਾਉਂਦੀ, sin ਦੀ ਇੰਟੀਗ੍ਰੇਸ਼ਨ ਮਾਈਨਸ cos ਜਨਰੇਟ ਕਰ, ਠੀਕ ਹੈ। ਦੂਜਾ ਉਹਦੇ ਵਿੱਚ ਜਿਹੜਾ ਕੋਐਫੀਸ਼ੀਐਂਟ ਆ ਉਹਦੇ ਨਾਲ ਮਲਟੀਪਲਾਈ ਹੁੰਦਾ, ਇਹ ਚ ਜਿਹੜਾ ਕੋਐਫੀਸ਼ੀਐਂਟ ਆ ਉਹਨੇ ਦੇ ਨਾਲ ਡਿਵਾਈਡ ਹੋਣਾ। ਗੱਲ ਸਮਝ ਆਈ? ਤੇ ਆ 5 ਨਾਲ ਆ 5 ਕੱਟ ਨਹੀਂ ਮੈਂ ਸਕਦਾ, ਇਹ ਐਂਗਲ ਦਾ 5 ਆ, ਇਹ ਆ 5 ਮੇਰੇ ਕੋਲ ਅੱਗੇ ਆ, ਜਿਹੜੀ ਇਹਨੂੰ ਮੈਂ ਬਣਾ ਤੇ -1/5 cos 5t बनना। क्या समझ लगे सारे रूल जेडे लिखे मैं? यस सर। yes sir yes सर ये 5t मतलब 5 ही करेंगे नहीं तो जो इसका कह सकते हो कोफिशिएंट होगा वही करेंगे हम यूज। वही चीज है ना बच्चे, ax ਦੀ ਆਪਾਂ ਕੀ ਕਰਨੀ ਡਿਫਰੈਂਸ਼ੀਏਸ਼ਨ, a ਬਾਹਰ ਆ ਜਾਣਾ ਤੇ x ਪਾਵਰ 1 ਵਾ, ਤੇ ਇਹ ਦਿਮਾਗ 'ਚ ਰੱਖੋ, ਜਿਹਦੀ ਪਾਵਰ 1 ਵਾ ਉਹਦੀ ਡਿਫਰੈਂਸ਼ੀਏਸ਼ਨ 1 ਬਚਦੀ ਹੁੰਦੀ ਹੈ। ਗੱਲ ਸਮਝ ਲੱਗੀ ਜੋ ਬੋਲਿਆ? yes sir ਅਨੁਪਮ ਕਲੀਅਰ ਜੋ ਦੱਸ? यस सर समझ आ गया सर। ਸੋ ਇਦਾਂ ਹੀ ਇੱਥੇ ਆਪਾਂ 5t ਦੀ ਇੰਟੀਗ੍ਰੇਸ਼ਨ ਡਿਫਰੈਂਸ਼ੀਏਸ਼ਨ ਕਰਨੀ, ਉਹ ਚੋਂ 5 ਬਾਹਰ ਚਲੇ ਜਾਣਾ, ਤੇ ਜਿਹੜਾ t ਦੀ ਪਾਵਰ 1 ਆ ਉਹਦੀ ਡਿਫਰੈਂਸ਼ੀਏਸ਼ਨ 1 ਜਿਹੜੀ ਕੱਲਾ 5 ਬਚਣਾ, ਉਹ ਕੋਐਫੀਸ਼ੀਐਂਟ ਬਣ ਕੇ ਨਾਲ ਲੱਗੇਗਾ। ਨੈਕਸਟ ਰੂਲ ਆਪਣੇ ਕੋਲ ਜਿਹੜਾ ਹੈਗਾ cos ਦਾ ਲੈ ਲਓ, ਠੀਕ ਹੈ, d/dx of cos ax, cos ਦੀ ਡਿਫਰੈਂਸ਼ੀਏਸ਼ਨ ਕੀ ਸੀਗੀ? सर माइनस minus sin sin ਰਿਜ਼ਲਟ ਸੀਗਾ -a sin ax। ਹੁਣ ਮੈਂ ਸਿੱਧਾ ਹੀ ਲਿਖ ਦਿੱਤਾ, ਠੀਕ ਹੈ ਜੀ, ਜਿਹੜਾ ਫਾਈਨਲ ਰਿਜ਼ਲਟ ਹੈ cos ਨੇ -sin ax ਬਦਲਣਾ, ਮੁੜ ਕੇ ax ਦੀ ਡਿਫਰੈਂਸ਼ੀਏਸ਼ਨ ਨਾਲ ਮਲਟੀਪਲਾਈ ਕਰਨਾ, ਉਹ ਫਾਈਨਲੀ -a sin ax ਆ। ਤੇ ਜੇ ਇੰਟੀਗ੍ਰੇਸ਼ਨ ਆ ਤੇ ਇੰਟੀਗ੍ਰੇਸ਼ਨ ਚ ਆਪਣੇ ਕੋਲ ਆ ਜਾਣਾ ਇੰਟੀਗ੍ਰੇਸ਼ਨ ਆਫ cos ax, cos ਦੀ ਡਿਫਰੈਂਸ਼ੀਏਸ਼ਨ ਮਾਈਨਸ ਸਾਈਨ ਆ, cos ਦੀ ਇੰਟੀਗ੍ਰੇਸ਼ਨ ਪਲੱਸ ਸਾਈਨ, ਆਪਣੇ ਕੋਲ ਆ ਜਾਏਗਾ ਪਲੱਸ sin ax ਓਵਰ d/dx of ax, ਤੇ ਉਹਦੀ ਵੈਲਿਊ 1/a into sin ax ਆ ਜਾਏਗੀ। ਰੂਲ ਕਲੀਅਰ? यस सर yes sir ਇੱਕ ਰੂਲ ਹੋਰ ਐਡ ਕਰ ਰਹੇ ਹਾਂ, d/dx of tan x ਆ ਜਾਏ, ਯਾਨੀ ਜੇ ਇਹਨੇ tan ਦੀ ਆਪਣੇ ਕੋਲ ਆ ਜਾਏ ਤੇ tan ਦੀ ਡਿਫਰੈਂਸ਼ੀਏਸ਼ਨ ਜਿਹੜੀ ਆ ਉਹ ਆਉਂਦੀ ਜੀ ਸਾਡੇ ਕੋਲ secant square x। ਇਹਦਾ ਪੁੱਠਾ ਰੂਲ ਹੁਣ ਦੱਸਦੇ ਆ। ਮੈਂ ਇੱਕ ਗੱਲ ਕਹੀ ਸੀ ਸ਼ੁਰੂ ਚ, ਟ੍ਰਿਗਨੋਮੈਟਰੀ ਤੇ ਡਿਫਰੈਂਸ਼ੀਏਸ਼ਨ ਇੱਕ ਦੂਜੇ ਦੇ ਰੈਸਿਪਰੋਕਲ ਚੱਲਦੇ ਆ, ਕੰਪਲੀਮੈਂਟਰੀ ਹੈ, ਠੀਕ ਹੈ। tan x ਦੀ ਡਿਫਰੈਂਸ਼ੀਏਸ਼ਨ ਜਿਹੜੀ ਮੇਰੇ ਕੋਲ secant square x ਆ, ਉਲਟਾ ਬੋਲਦੇ ਹੋ secant square x ਦੀ ਇੰਟੀਗ੍ਰੇਸ਼ਨ ਉਹ ਮੇਰੀ tan x ਆ। ਗੱਲ ਸਮਝ ਲੱਗੀ ਜੋ ਦੱਸਿਆ ਮੈਂ? yes sir ਕੋਈ ਨਿਆਣੇ ਹੋ? yes sir yes ਚਲੋ, ਯਾਨੀ ਇਹਦਾ ਹੀ ਪੁੱਠਾ ਰੂਲ ਲਿਖ ਰਿਹਾ, ਜੇ secant square x ਦੀ ਇੰਟੀਗ੍ਰੇਸ਼ਨ ਹੋਏ ਤੇ ਇਹਦੀ ਇੰਟੀਗ੍ਰੇਸ਼ਨ ਜਿਹੜੀ ਆਪਣੇ ਕੋਲ tan x ਆ ਜਾਏਗੀ। ਇਦਾਂ ਹੀ ਇਹਦਾ tan ਦਾ ਇੱਕ ਰੈਸਿਪਰੋਕਲ ਰੂਲ ਲੈ ਲਓ, ਠੀਕ ਹੈ, tan ਦੀ ਥਾਂ ਤੇ ਜੇ ਮੇਰੇ ਕੋਲ cot x ਹੋਏ ਤੇ cot x ਦੀ ਡਿਫਰੈਂਸ਼ੀਏਸ਼ਨ ਜਿਹੜੀ ਆ ਉਹ ਮਾਈਨਸ cosecant square x ਵਾ, ਤੇ ਉਲਟ ਬੋਲਦੇ ਹੋ ਕਿ ਜੇ ਮਾਈਨਸ cosecant square x ਦੀ ਇੰਟੀਗ੍ਰੇਸ਼ਨ ਆ ਤੇ ਉਹ ਮੇਰੇ ਕੋਲ cot x ਆ ਜਾਏਗੀ।
ਮਾਈਨਸ ਜੋ ਕਿ ਉਧਰ ਲਾ ਲਓ ਤਾਂ ਸਿੱਧਾ ਕਹਿ ਦਾਂਗਾ ਕੋਸੈਕੈਂਟ ਸਕੁਅਰ x ਦੀ ਇੰਟੀਗ੍ਰੇਸ਼ਨ ਜਿਹੜੀ ਉਹ ਮਾਈਨਸ cot x ਆ ਜਾਊ। ਇੱਕ ਹੋਰ ਰੂਲ ਲਿਖ ਰਿਹਾ, ਨਵੀਂ ਟਰਮ ਹੋਏਗੀ ਜੇ ਅਸੀਂ log x ਜਾਂ log ਟੇਬਲ ਪੜ੍ਹੇ ਜੀ? नहीं सर। नो सर। नो सर। नो सर। ਹਜੇ ਸਿਰਫ ਰੂਲ ਲਿਖਣ ਲੱਗਿਆ, ਫਿਰ ਤੁਹਾਨੂੰ ਅੱਗੇ ਜਾ ਕੇ log ਟੇਬਲ ਜਿਹੜੇ ਨੇ ਉਹਦਾ ਯੂਜ਼ ਕਿੱਦਾਂ ਕਰੀਦਾ ਉਹ ਵੀ ਸਿਖਾਵਾਂਗਾ ਬੇਟਾ। ਇੱਕ ਆਪਣੇ ਕੋਲ ਆ ਜਾਏਗਾ ਜੇ ਆਪਣੇ ਕੋਲ ਕੋਈ ਟਰਮ log ਦੇ ਵਿੱਚ ਹੋਵੇ, ਜਿਹੜੇ ICSE ਵਾਲੇ ਆ ਤੁਹਾਡੇ ਚ ਕਿਹੜਾ ਬੱਚਾ ਵਾ 10th ICSE? जी सर। ਇਸ ਮੂਮੈਂਟ ਤੇ ਸਿਰਫ ਇੰਨੀ ਗੱਲ ਦੱਸਾਂਗਾ log ਟੇਬਲ ਦੀ ਕਿ ਪੁੱਤ ਕੁਝ ਨੂਮੈਰੀਕਲ ਕੈਲਕੂਲੇਸ਼ਨਸ ਨੂੰ ਈਜ਼ੀ ਕਰਨ ਵਾਸਤੇ ਅਸੀਂ ਲੋਗਰਿਥਮਿਕ ਟੇਬਲ ਨੇ ਸਾਡੇ ਬੁੱਕ ਦੇ ਅੰਦਰ, ਜਿੱਦਾਂ ਟ੍ਰਿਗਨੋਮੈਟ੍ਰਿਕ ਟੇਬਲ ਹੁੰਦੇ ਨੇ, ਠੀਕ ਹੈ? ਤੁਸੀਂ ਟ੍ਰਿਗਨੋਮੈਟ੍ਰਿਕ ਟੇਬਲ ਦੇ ਵਿੱਚ ਵੀ ਗੱਲ ਕਰਾਂ ਤੇ ਤੁਸੀਂ ਟ੍ਰਿਗਨੋਮੈਟ੍ਰਿਕ ਟੇਬਲ sin 30 ਡਿਗਰੀ 45 60 ਡਿਗਰੀ ਕੁਝ ਸਟੈਂਡਰਡ ਵੈਲਿਊਜ਼ ਪੜ੍ਹਦੇ ਆ। ਜੇ ਮੰਨ ਲਓ ਮੇਰੇ ਕੋਲ ਐਂਗਲ ਦੀ ਵੈਲਿਊ 60 ਡਿਗਰੀ 24 ਮਿੰਟ ਹੋਵੇ, ਠੀਕ ਹੈ, 15 ਡਿਗਰੀ 35 ਮਿੰਟ ਹੋਵੇ ਹਨਾ, ਉਹਨਾਂ ਐਂਗਲ ਦੀ ਵੈਲਿਊ ਮੈਂ ਦੇਖਣੀ ਹੋਵੇ ਤੇ ਸਾਨੂੰ ਟ੍ਰਿਗਨੋਮੈਟ੍ਰਿਕ ਟੇਬਲ ਦੇਖਣਾ ਆਣਾ ਚਾਹੀਦਾ, ਠੀਕ ਹੈ? ਉਹ ਸਿਖਾਵਾਂਗੇ ਟ੍ਰਿਗਨੋਮੈਟ੍ਰਿਕ ਟੇਬਲ ਆਪਾਂ ਕਿੱਦਾਂ ਦੇਖਣੇ ਹੁੰਦੇ ਆ। ਤੇ ਦੂਜਾ ਕੁਝ ਲੌਗ ਆਪਣੇ ਕੋਲ ਲੌਗ ਟੇਬਲ ਆਉਂਦੇ ਨੇ, ਸੋ ਟ੍ਰਿਗਨੋਮੈਟ੍ਰਿਕ ਟੇਬਲ ਤੇ ਲੌਗ ਟੇਬਲ ਇਹ ਦੋ ਚੀਜ਼ਾਂ ਹਜੇ ਆਪਾਂ ਟਾਈਮ ਲਈ ਛੱਡਾਂਗੇ, ਅੱਗੇ ਜਾ ਕੇ ਕੰਟੀਨਿਊ ਕਰਾਂਗੇ ਇਸ ਚੀਜ਼ ਨੂੰ, ਠੀਕ ਹੈ? ਹੁਣ ਉਹਨਾਂ ਵਿੱਚੋਂ ਇੱਕ ਟਰਮ ਇਹ ਲੈ ਰਿਹਾ, ਜਿੱਦਾਂ ਆਹ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਲਿਖੇ ਆ, ਇਹਦੀ ਸਾਡੇ ਕੋਲ ਲੋਗਰਿਥਮਿਕ ਟੇਬਲ ਵੀ ਆਉਂਦੇ ਤੇ ਲੋਗਰਿਥਮਿਕ ਟਰਮਸ ਵੀ ਆਉਂਦੀ। ਤੇ ਜੇ ਮੰਨ ਲਓ ਮੇਰੇ ਕੋਲ ਇਦਾਂ ਹੀ log ਬੇਸ e of x, log ਦੋ ਤਰ੍ਹਾਂ ਦੇ ਹੁੰਦੇ, ਹਜੇ ਡਿਟੇਲ ਚ ਨਹੀਂ ਜਾਵਾਂਗਾ। ਜਿਹੜੇ ਸਾਡੀ ਬੁੱਕ ਦੇ ਬੈਕ ਦੇ ਉੱਤੇ ਟੇਬਲ ਦਿੱਤਾ ਹੁੰਦਾ ਉਹਨੂੰ ਅਸੀਂ ਜੇ ਨਾਮ ਦੇਣਾ ਹੋਵੇ ਨਾ, ਅਸੀਂ ਉਸ ਟੇਬਲ ਦੇ ਅੰਦਰ ਇਹਦਾ ਪੜ੍ਹਦੇ ਹਾਂ ਕਿ ਉਹ ਡੈਸੀਮਲ ਸਿਸਟਮ ਵਾਲਾ log ਟੇਬਲ। ਇੱਕ log ਟੇਬਲ ਸਾਡੇ ਕੋਲ ਜਿਹੜਾ ਵਾ ਉਹ log ਬੇਸ e ਵਾਲਾ ਹੁੰਦਾ। ਇੱਥੇ e ਥੋੜਾ ਜਿਹਾ ਔਖਾ ਕਰੇਗੀ ਤੁਹਾਨੂੰ ਹਜੇ ਟਰਮ, ਠੀਕ ਹੈ? ਫਿਰ ਐਕਸਪਲੇਨ ਜ਼ਰੂਰ ਅੱਗੇ ਕਰਾਂਗਾ ਜਾ ਕੇ। ਇਹਨੂੰ ਐਕਸਪੋਨੈਂਸ਼ੀਅਲ ਵਰਡ ਬੋਲਦੇ ਆ। ਜੇ ਕੋਈ ਮੇਰੇ ਕੋਲ ਟਰਮ ਐਕਸਪੋਨੈਂਸ਼ੀਅਲ log ਫਾਰਮ ਚ ਹੋਵੇ, ਇਹਦਾ log ਮੈਂ ਦੇਖਣਾ ਹੋਵੇ, ਠੀਕ ਹੈ, ਤੇ ਇਹਦਾ log ਟੇਬਲ ਦੇਖਣ ਵਾਸਤੇ ਮੈਨੂੰ ਇਸੇ ਟੇਬਲ ਦੀ ਲੋੜ ਪਏਗੀ ਜਿਹੜਾ ਆਪਣਾ ਸਿੰਪਲ ਬੁੱਕ ਦੇ ਚ ਟੇਬਲ ਆ। ਉਹ ਇਹਨਾਂ ਦੋਨਾਂ log ਨੂੰ ਅਸੀਂ ਆਪਸ ਦੇ ਵਿੱਚ ਰਿਲੇਟ ਕਰੀਦਾ। ਮੇਰੇ ਦਿਮਾਗ 'ਚ ਹੈਗਾ ਮੈਂ ਕੀ ਦੱਸਦਾ ਪਿਆ, ਹੋ ਸਕਦਾ ਤੁਹਾਨੂੰ ਔਖਾ ਲੱਗਦਾ ਹੋਵੇ ਕਿ ਮੈਂ ਕੀ ਬੋਲ ਰਿਹਾ, ਬਟ ਇਸ ਚੀਜ਼ ਨੂੰ ਆਪਾਂ ਹਜੇ ਅੱਗੇ ਜਾ ਕੇ ਕੰਟੀਨਿਊ ਕਰਾਂਗੇ। ਹਜੇ ਤੁਹਾਡੇ ਲਈ ਇਹ ਥੋੜਾ ਜਿਹਾ ਬੇਟਾ ਕਹਿ ਲਓ ਕਿ ਟਫ ਪਾਰਟ ਹੋਵੇ, ਠੀਕ ਹੈ ਬੱਚੇ? सर थोड़ा नहीं ज्यादा। ਕੋਈ ਨਹੀਂ, ਇਹਨੂੰ ਮੈਂ ਹਜੇ ਤਾਂ ਨਹੀਂ ਐਲੈਬੋਰੇਟ ਕਰ ਰਿਹਾ, ਇਹਨੂੰ ਖੋਲ ਲਿਆ ਤੇ ਆਪਾਂ ਨੂੰ ਪੂਰੇ 1 ਤੋਂ 2 ਲੈਕਚਰ ਚਾਹੀਦੇ ਇਸ ਦੇ ਵਾਸਤੇ, ਤੇ ਆਪਾਂ ਹਜੇ ਨਹੀਂ ਇਹਨੂੰ ਛੇੜਾਂਗੇ, ਵਿੱਚ ਜਾ ਕੇ ਕੋਈ ਨਾ ਕੋਈ ਦਿਨ ਲਗਾ ਕੇ ਫਿਰ ਇਹ ਚੀਜ਼ਾਂ ਤੁਹਾਨੂੰ ਕਵਰ ਕਰਾਂਗਾ। ਕਲੀਅਰ ਹੈ ਨੀ ਗੱਲ? यस सर। यस सर। यस सर। टाइमिंग सिर्फ इतना याद रख लोगे कि जे log base x log of x ਦੀ ਮੇਰੇ ਕੋਲ ਕੋਈ ਟਰਮ ਹੈਗੀ ਆ, ਇਹਦੀ ਡਿਫਰੈਂਸ਼ੀਏਸ਼ਨ ਕਰਨੀ ਹੋਵੇ ਤੇ ਇਹਦੀ ਕੋਈ ਡਿਫਰੈਂਸ਼ੀਏਸ਼ਨ 1/x ਹੁੰਦੀ ਆ। ਇਹਦਾ ਪੁੱਠਾ ਲਿਖ ਲਵਾਂ ਕਿ ਜੇ 1/x dx ਦੀ ਇੰਟੀਗ੍ਰੇਸ਼ਨ ਹੋਵੇ, log x ਦੀ ਡਿਫਰੈਂਸ਼ੀਏਸ਼ਨ 1/x ਆ ਤੇ 1/x ਦੀ ਇੰਟੀਗ੍ਰੇਸ਼ਨ ਜਿਹੜੀ ਆ ਉਹ ਮੇਰੇ ਕੋਲ log x ਆ। ਹਜੇ ਵਾਸਤੇ ਰੂਲ ਇੰਨੇ ਹੀ ਲੈ ਕੇ ਚੱਲਾਂਗੇ ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ ਦੇ। ਕਲੀਅਰ ਇੰਨੀ ਗੱਲ? ਬੋਲੋ ਜੀ सर ਜਿਹੜੀ 1/x ਵੈਲਿਊ ਆ ਉਹ log e ਵਾਲੇ ਦੀ ਵੈਲਿਊ ਆ। log base e of x, ਠੀਕ ਆ ਸਰ। ਠੀਕ ਹੈ? करा? यस सर क्लियर। यस सर। यस सर। चल एक ਇਹਦੀ ਸ਼ੀਟ ਜਿਹੜੀ ਆ ਹੁਣ ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ ਦੇ ਬੇਸਿਕ ਰੂਲ ਦੀ, ਠੀਕ ਹੈ? ਇੱਕ ਅਸਾਈਨਮੈਂਟ ਤੁਹਾਨੂੰ ਗਰੁੱਪ ਚ ਭੇਜਾਂਗਾ ਤੇ ਉਹ ਅਸਾਈਨਮੈਂਟ ਸਾਰੇ ਜਣੇ ਸੋਲਵ ਕਰਨ ਦੀ ਕੋਸ਼ਿਸ਼ ਕਰਿਓ ਬੇਟਾ, ਠੀਕ ਹੈ ਬੱਚੇ? ਹਾਂਜੀ ਸਰ। यस सर। यस सर। ਚਲੋ यस सर। ਇੰਟੀਗ੍ਰੇਸ਼ਨ ਦੇ ਅੰਦਰ ਅਸੀਂ ਡਿਫਾਈਨ ਕੀਤਾ ਸੀਗਾ ਕਿ ਸਾਡੇ ਕੋਲ ਡੈਫੀਨੇਟ ਇੰਟੈਗਰਲ ਆਉਂਦੇ ਨੇ, ਡੈਫੀਨੇਟ ਇੰਟੀਗ੍ਰੇਸ਼ਨ ਆਉਂਦੀ ਹੈ। ਉਹ ਚ ਮੈਂ ਇੰਨੀ ਗੱਲ ਕਹੀ ਸੀਗੀ ਕਿ ਇੰਟੀਗ੍ਰੇਸ਼ਨ ਜਦੋਂ ਕਰਾਂਗੇ ਨਾ ਤੇ ਸਾਨੂੰ ਉਹਦੀ ਲੋਅਰ ਤੇ ਅਪਰ ਲਿਮਿਟਸ ਦੱਸਣੀਆਂ ਪੈਂਦੀਆਂ, ਠੀਕ ਹੈ? ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਮੰਨ ਲਓ ਤੁਸੀਂ ਆਹ ਇਕੁਏਸ਼ਨ ਆ b = u + at, ਇਹਨੂੰ ਲੈ ਲਓ। ਅਦਰਵਾਈਜ਼ ਇੱਕ
इतने टर्म एक्सप्लेन करना ਉਹਨੂੰ ਸਮਝੀਏ जरा ਆਪਾਂ ਕਹਿੰਦੇ ਕਿ ਕੋਈ ਇੱਕ ਆਬਜੈਕਟ ਆ ਉਹ ਤਾਂ ਸਮਝਣ ਦੀ ਕਰਿਓ ਜੋ ਦੱਸਣ ਲੱਗਿਆ ਮੰਨ ਲਓ ਇੱਥੇ ਮੇਰੇ ਕੋਲ ਕੋਈ ਆਬਜੈਕਟ ਪਿਆ ਤੁਸੀਂ 9th ਵਿੱਚ ਚੈਪਟਰ ਪੜਿਆ ਸੀ ਗ੍ਰੈਵਿਟੇਸ਼ਨ ਉਹਦੇ ਨਾਲ ਰਿਲੇਟ ਕਰਕੇ ਐਗਜ਼ਾਮਪਲ ਬਣਾ ਰਹੇ ਹਾਂ ਇੱਥੇ ਇੱਕ ਬਾਡੀ ਪਈ ਆ ਠੀਕ ਹੈ ਜਿਹਦਾ ਮਾਸ ਮੇਰੇ ਕੋਲ m ਆ ਇਸ m ਮਾਸ ਦੀ ਬਾਡੀ ਨੇ ਕਿਸੇ ਇੱਥੇ ਇੱਕ ਗਿਵਨ ਬਾਡੀ ਨੂੰ a ਪੁਆਇੰਟ ਤੋਂ b ਪੁਆਇੰਟ ਤੇ ਸ਼ਿਫਟ ਕਰਾਉਣਾ ਇੱਕ ਮੇਰੇ ਕੋਲ ਸਮਾਲ m ਮਾਸ ਦੀ ਬਾਡੀ ਆ ਉਹਨੂੰ ਮੈਂ a ਤੋਂ b ਤੱਕ ਸ਼ਿਫਟ ਕਰਾਉਣਾ यानी उसमें मैं स्मॉल डिस्प्लेसमेंट करानी है dx ਤੇ ਜਦੋਂ ਮੈਂ ਆਪਣੀ ਇਸ ਗਿਵਨ ਮਾਸ ਨੂੰ a ਤੋਂ b ਡਿਸਪਲੇਸ ਕਰਨਾ ਤੇ ਅਸੀਂ ਕੈਲਕੂਲੇਟ ਕਰਨਾ ਹਾਊ ਮਚ ਵਰਕ ਵਿਲ ਬੀ ਡਨ ਇਨ ਅਟਰੈਕਟਿੰਗ ਦਾ ਬਾਡੀ ਬਾਈ ਦਾ ਕਹਿੰਦਾ ਜੀ ਦਿਸ ਮਾਸ m ਇਸ ਮਾਸ ਨੇ ਇਸ ਮਾਸ ਨੂੰ ਆਪਣੇ ਵੱਲ ਅਟਰੈਕਟ ਕਰਨ ਲਈ ਆਪਣੇ ਵੱਲ ਮੂਵ ਕਰਾਉਣ ਲਈ ਕਿੰਨਾ ਵਰਕ ਕੀਤਾ ਤੇ ਅਸੀਂ ਇੱਥੇ ਡਿਫਾਈਨ ਕਰ ਦਿੰਦੇ वर्क डन क्योंकि स्मॉल डिस्प्लेसमेंट दिखाई है इसलिए स्मॉल वर्क लिखांगा और स्मॉल का सिंबल ਅਸੀਂ d ਨਾਲ ਲਗਾ ਕੇ ਚੱਲਦੇ ਹਾਂ वर्क डन ਦਾ ਫਾਰਮੂਲਾ ਆਪਣੇ ਕੋਲ ਆ ਜਾਂਦਾ f dx ਇੱਥੇ f ਜਿਹਨੂੰ ਕਹਿਣਾ ਪਿਆ that is the gravitational force between the two masses 9th ਵਿੱਚ ਅਸੀਂ ਇੱਕ ਲਾਅ ਪੜਿਆ ਨਿਊਟਨ ਲਾਅ ਆਫ ਗ੍ਰੈਵਿਟੇਸ਼ਨ ਯਾਦ ਆ यस सर ਹਾਂਜੀ ਸਰ ਉਹਦੇ ਅਕੋਰਡਿੰਗ ਅਸੀਂ ਡਿਫਾਈਨ ਕਰਦੇ ਸੀਗੇ every two particle in the universe they attract each other with a force which is given by gm1 m2 over r square ठीक है r ਮੇਰੇ ਕੋਲ ਹੁੰਦਾ distance between m1 and m2 ਆਪਣਾ ਇਸ ਵੇਲੇ ਇਹ ਕੈਪੀਟਲ m ਤੇ ਸਮਾਲ m ਜਿਹੜਾ ਵਾ ਇਹਨਾਂ ਵਿਚਲਾ ਡਿਸਟੈਂਸ ਜਿਹੜਾ ਵਾ ਇਹਨੂੰ ਆਪਾਂ x ਮੰਨ ਲੈਂਦੇ ਹਾਂ ਕਿ a ਤੇ ਜਿੱਥੇ ਬਾਡੀ ਪਈ ਸੀਗੀ ਤੇ b ਜਿੱਥੇ ਤੱਕ ਮੈਂ ਲੈ ਕੇ ਆਣੀ ਆ ਇਹਦੀ dx ਮੈਂ ਡਿਸਪਲੇਸਮੈਂਟ ਕਰਾਈ ਠੀਕ ਹੈ ਬਾਈ ਅਪਲਾਈਂਗ ਦਾ ਫੋਰਸ ਯਾਨੀ ਇਸ ਵੇ ਨਾਲ ਮੈਂ f ਫੋਰਸ ਲਗਾ ਕੇ ਬਾਡੀ ਨੂੰ ਅੰਦਰ ਖਿੱਚਦਾ ਪਿਆ ਜਿਹਦੇ ਨਾਲ dx ਡਿਸਪਲੇਸਮੈਂਟ ਹੋਈ ਆ ਤੇ f ਦਾ ਫਾਰਮੂਲਾ ਮੈਂ ਲਗਾਵਾਂ ਇਹਦੇ ਅਕੋਰਡਿੰਗਲੀ ਤੇ b ਰਾਈਟ ਇੱਥੇ f ਦੀ ਵੈਲਿਊ gm over x ਸਕੁਅਰ ਆ ਜਾਏ m ਤੇ m ਦੋ ਮਾਸਿਸ ਹੋ ਗਏ m1 m2 ਤੇ डिस्टेंस बिटवीन टू मासेस ਜਿਹੜਾ ਉਹ ਮੇਰਾ x ਆ ਜਾਏਗਾ क्या आप फार्मूला समझ लगे यस सर यस सर यस सर therefore ਜੇ ਮੈਂ dw ਦੀ ਵੈਲਿਊ ਲਿਖਾਂ ਉਹ ਆ ਜਾਏਗੀ gmn/x² dx ਉਹ ਤਾਂ ਹੁਣ ਸਮਝਣ ਵਾਲੀ ਗੱਲ ਆ ਤੁਹਾਡੇ ਇਹ ਮੈਂ ਜੋ ਕੈਲਕੂਲੇਟ ਕੀਤਾ ਇਹ ਮੇਰੇ ਕੋਲ ਆ ਗਿਆ ਇਸ ਸਮਾਲ ਡਿਸਪਲੇਸਮੈਂਟ ਦੀ ਐਸ ਵਰਕ ਡਨ ਕਿੰਨਾ ਹੈ ਹੁਣ ਜੇ ਮੈਂ ਇਹ ਕਹਾਂ a ਤੋਂ b ਤੱਕ ਮੈਂ ਡਿਸਪਲੇਸ ਕੀਤਾ ਉਹਦਾ ਵਰਕ ਕੱਢ ਲਿਆ ਮੁੜ ਕੇ ਮੈਂ b ਤੋਂ c ਤੱਕ ਫਿਰ ਇੰਨਾ ਹੀ dx ਡਿਸਪਲੇਸ ਕਰਨਾ ਬਾਡੀ ਨੂੰ ਉਹਦਾ ਵਰਕ ਕੱਢਾਂ c ਤੋਂ ਲੈ ਕੇ d ਤੱਕ ਡਿਸਪਲੇਸ ਕਰਨਾ ਉਹਦਾ ਵਰਕ ਕੱਢਾਂ ਤੇ ਜੇ ਇਦਾਂ ਦੇ ਸਾਰੇ ਸਮਾਲ ਵਰਕ ਮੈਂ ਕੰਬਾਈਨ ਕਰਕੇ ਟੋਟਲ ਵਰਕ ਕੱਢਣਾ ਮੈਂ ਕਿਹਾ ਜੀ ਫਾਈਨਲੀ ਬਾਡੀ ਜਿਹੜੀ ਨਾ ਉਹ ਮੇਰੀ ਇਸ ਐਸਐਚ p ਪੁਆਇੰਟ ਤੇ ਲੈ ਕੇ ਆਣੀ ਬਾਡੀ ਮੇਰੀ ਆਪਾਂ ਮੰਨ ਲਿਆ ਇਨਫਿਨਿਟੀ ਤੋਂ ਚੱਲੀ ਹੁੰਦੀ ਇਨੀਸ਼ੀਅਲੀ ਬਾਡੀ ਜਦੋਂ ਚੱਲੀ ਸੀਗੀ ਉਹ ਪੁਆਇੰਟ ਇਨਫਿਨਿਟੀ ਆ ਠੀਕ ਹੈ ਫਾਈਨਲੀ ਬਾਡੀ p ਪੁਆਇੰਟ ਤੱਕ ਆਣੀ ਤੇ p ਪੁਆਇੰਟ ਇਸ ਮਾਸ ਤੋਂ r ਡਿਸਟੈਂਸ ਦੂਰ ਆ ਬੱਚੇ ਥੋੜਾ ਜਿਹਾ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਔਖਾ ਲੱਗੇ ਤਾਂ ਪੁੱਛ ਜ਼ਰੂਰ ਲਈ ਅਸੀਂ ਕੋਈ ਰਸਤੇ 'ਚ ਦੋ ਪੁਆਇੰਟ ਲਿੱਤੇ ਸੀਗੇ ਪੂਰੇ ਪਾਥ ਦੇ ਵਿੱਚੋਂ ਬਾਡੀ ਇਨਫਿਨਿਟੀ ਤੋਂ ਮੈਂ ਤੋੜਨੀ ਆ ਤੇ ਫਾਈਨਲੀ ਮੈਂ p ਪੁਆਇੰਟ ਤੱਕ ਲੈ ਕੇ ਆਣੀ ਜਿਹੜਾ ਆ ਪੁਆਇੰਟ ਆ ਮੇਰਾ ਹਨਾ ਇਹ ਇਸ ओरिजिनल ਮਾਸ ਤੋਂ ਇਹਨੂੰ ਅਸੀਂ ਕਹਿੰਦੇ ਨੇ ਸੋਰਸ ਮਾਸ ਜਿਹਨੇ ਖਿੱਚਣਾ ਉਹ ਸੋਰਸ ਮਾਸ ਆ ਜਿਹਨੂੰ ਖਿੱਚਦਾ ਪਿਆ ਉਹ ਟੈਸਟ ਮਾਸ ਤੇ ਸੋਰਸ ਮਾਸ ਤੋਂ ਸ਼ੁਰੂ ਚ ਟੈਸਟ ਮਾਸ ਇਨਫਾਈਨਾਈਟ ਡਿਸਟੈਂਸ ਤੇ ਸੀਗਾ ਔਰ ਫਾਈਨਲੀ ਉਹ ਬਾਡੀ ਜਿਹੜੀ ਟੈਸਟ ਮਾਸ ਆ ਉਹ ਸੋਰਸ ਮਾਸ ਤੋਂ r ਡਿਸਟੈਂਸ ਤੇ ਆ ਜਾਣੀ ਮੈਂ ਰੇਂਜ ਦੱਸੀ ਆ मैं इनिशियली कित्थों मूव कराना शुरू करना सर जो रेंज है वो P पॉइंट है या B F पॉइंट है नहीं बेटे F ਤੇ ਪੁੱਤ ਆ ਛੱਡ ਦਿਓ F ਤਾਂ ਮੇਰੀ ਫੋਰਸ ਆ ਜਿਹੜੀ ਆਪਾਂ ਉਸ ਮਾਸ ਤੇ ਲਗਾਉਂਦੇ ਪਏ ਫਾਈਨਲੀ ਬਾਡੀ P ਪੁਆਇੰਟ ਤੇ ਆਣੀ ਹੈ ਪਰ P ਪੁਆਇੰਟ ਇਸ ਸੋਰਸ ਮਾਸ ਤੋਂ r ਡਿਸਟੈਂਸ ਤੇ ਹੈ ओके सर ਠੀਕ ਹੈ ਹੁਣ ਆਪਾਂ ਸਟਾਰਟ ਕਿੱਥੋਂ ਕੀਤਾ ਬਾਡੀ ਨੂੰ ਮੂਵ ਕਰਾਣਾ इन्फिनिटी ਇਨਫਿਨਿਟੀ ਫਾਈਨਲੀ ਕਿਹੜੇ ਪੁਆਇੰਟ ਤੇ ਲੈ ਕੇ ਆਣਾ P ਪੁਆਇੰਟ ਜਿਹੜਾ ਕਿ ਸੋਰਸ ਮਾਸ ਤੋਂ r ਡਿਸਟੈਂਸ ਤੇ ਆ ਹਨਾ ਤੇ ਰਸਤੇ 'ਚ ਦੋ ਪੁਆਇੰਟ ਮਾਰਕ ਕੀਤੇ ਸੀ A ਤੇ B ਉਹਦੇ ਲਈ ਅਸੀਂ ਉਹਦੇ ਡਿਸਪਲੇਸਮੈਂਟ ਵਾਸਤੇ ਵਰਕ ਕੱਢ ਲਿਆ ਤੇ ਮੈਂ ਜੇ A ਕਹਾਂ
ਕਿ ਹਰ ਵਾਰੀ ਜਦੋਂ ਬੋਡੀ ਇਨਫਿਨਿਟੀ ਤੋਂ p ਤੱਕ ਆਉਂਦੇ ਆਉਂਦੇ ਜਿੰਨੇ ਵੀ dx ਵਾਲੇ ਪਾਰਟ ਬਣਨੇ ਆ ਹਰ ਇੱਕ ਦਾ ਵਰਕ dw ਆਉਂਦਾ ਜਾਏਗਾ ਤੇ ਜੇ ਉਹ ਸਾਰੇ ਦੇ ਸਾਰੇ ਸਮਾਲ ਪਾਰਟ ਕੰਬਾਈਨ ਕਰਕੇ ਮੈਂ ਟੋਟਲ ਵਰਕ ਕੱਢਣਾ ਹੋਇਆ ਤੇ then we require integration। ਇਹਦਾ ਮਤਲਬ ਜੇ ਇੱਥੇ ਮੈਂ ਲਿਖਣਾ ਜਦੋਂ ਡੈਰੀਵੇਸ਼ਨ ਕਰਾਂਗੇ ਇਹ ਟੌਪਿਕ ਦਾ ਨਾਮ ਹੋਊਗਾ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਦੀ ਡੈਰੀਵੇਸ਼ਨ, ਠੀਕ ਹੈ। ਤੇ ਇੱਥੇ ਆਪਾਂ ਲਿਖਾਂਗੇ ਟੂ ਕੈਲਕੂਲੇਟ ਟੋਟਲ ਵਰਕ ਡਨ ਉੱਥੇ ਇਹ ਸਮਝਾਉਣਾ ਚਾਹੂੰਗਾ ਕਿ ਵੀ ਆਪਾਂ ਇੰਟੀਗ੍ਰੇਸ਼ਨ ਦੀ ਫਿਜ਼ਿਕਸ ਲੋਡ ਕਿੱਥੇ ਪੈਣੀ ਆਉਂਦਾ ਉਹਦੇ ਚੋਂ ਇੱਕ ਐਗਜ਼ਾਮਪਲ ਇਹ ਹੋਏਗੀ ਆਰਟੀਕਲ ਉਹਦਾ ਟੂ ਕੈਲਕੂਲੇਟ ਟੋਟਲ ਵਰਕ ਡਨ ਇਨ ਮੂਵਿੰਗ ਦਾ ਬੋਡੀ to calculate total work done in moving the body from infinity to given point ठीक है। to calculate total work done ठीक है in moving the body from infinity to given point we integrate equation 1 with limit। ਅਸੀਂ equation 1 ਨੂੰ ਇੰਟੀਗ੍ਰੇਟ ਕਰਾਂਗੇ ਪਰ ਨਾਲ ਲਿਮਿਟਸ ਲਗਾ ਕੇ ਦਵਾਂਗੇ ਕਿੱਥੋਂ ਲੈ ਕੇ ਕਿੱਥੇ ਤੱਕ ਅਸੀਂ ਬੋਡੀ ਡਿਸਪਲੇਸ ਕੀਤੀ। Therefore ਇਸ ਪੂਰੇ ਸੈਂਟੈਂਸ ਨੂੰ ਮੈਥਮੈਟਿਕਲੀ ਲਿਖਣ ਦਾ ਮਤਲਬ ਇਹ ਹੋਏਗਾ ਇਹਦੀ ਇੰਟੀਗ੍ਰੇਸ਼ਨ ਕਰ ਦਿਓ, ਠੀਕ ਹੈ ਜੀ। ਇਦਾਂ ਹੀ ਇਸ ਸਾਈਡ ਦੀ ਵੀ ਇੰਟੀਗ੍ਰੇਸ਼ਨ ਕਰ ਦਿਓ gmm over x square into dx। ਹੁਣ ਇੰਟੀਗ੍ਰੇਸ਼ਨ ਦੇ ਰੂਲਸ ਆਣੇ ਚਾਹੀਦੇ ਦਿਮਾਗ। ਇੰਟੀਗ੍ਰੇਸ਼ਨ ਦਾ ਇੱਕ ਰੂਲ ਅਸੀਂ ਇਹ ਪੜਿਆ, ਇੰਟੀਗ੍ਰੇਸ਼ਨ ਦਾ ਇਧਰ ਦੇ ਪਾਸੇ ਚੱਲਣਾ ਤੇ ਰੂਲ ਪੜਿਆ, ਇੱਥੇ ਨਾਲ ਕੋਈ dw ਦੇ ਫੰਕਸ਼ਨ ਨਹੀਂ ਲਿਖਿਆ, ਠੀਕ ਹੈ। ਉਹ ਕਿੰਨਾ ਉਹ ਸੋਚਾਂਗੇ। ਦੂਜੇ ਪਾਸੇ g ਯੂਨੀਵਰਸਲ ਗ੍ਰੈਵਿਟੇਸ਼ਨ ਕਾਂਸਟੈਂਟ ਆ, ਵੈਲਿਊ ਚੇਂਜ ਨਹੀਂ ਹੁੰਦੀ। m ਤੁਹਾਡੇ ਇਸ ਬੋਡੀ ਦਾ ਮਾਸ ਆ, ਜਦੋਂ ਇਹ ਦੂਜੀ ਬੋਡੀ ਨੂੰ ਖਿੱਚਦਾ ਪਿਆ ਤੇ ਇਹਦੇ ਮਾਸ ਤੇ ਕੋਈ ਇਫੈਕਟ ਨਹੀਂ ਹੋ ਰਿਹਾ। m ਮੇਰੇ ਕੋਲ ਜਿਹੜਾ ਵਾ ਉਹ ਮਾਸ ਆ ਐਸ ਸੱਚ ਟੈਸਟ ਬੋਡੀ ਦਾ, ਹਨਾ, ਖਿੱਚਣ ਦੇ ਉੱਤੇ ਉਹਦੇ ਮਾਸ ਤੇ ਕੋਈ ਫਰਕ ਨਹੀਂ ਪੈ ਰਿਹਾ। ਯਾਨੀ gmm ਇਹ ਤਿੰਨੇ ਚੀਜ਼ਾਂ ਮੇਰੀਆਂ ਕੀ ਨੇ? कांस्टेंट ਤੇ ਕਾਂਸਟੈਂਟ ਦੀ ਕੀ ਰੂਲ ਸੀ ਜੀ? ਉਹ ਇੰਟੀਗ੍ਰੇਸ਼ਨ ਤੋਂ ਬਾਹਰ ਆ ਜਾਂਦਾ। बाहर आ जाते हैं। x ਜਿਹੜਾ ਮੇਰਾ ਇਹ ਨਹੀਂ ਕਾਂਸਟੈਂਟ, ਆਪਾਂ x ਜਿਹੜਾ o ਤੋਂ ਲੈ ਕੇ a ਤੱਕ ਇੱਥੇ ਤੱਕ ਦਾ ਡਿਸਟੈਂਸ ਲਿੱਤਾ, ਇਹ ਇਸ ਵੇਲੇ 2 ਸੈਂਟੀਮੀਟਰ ਵੀ ਹੋ ਸਕਦਾ, ਇਹ 2 ਮੀਟਰ ਵੀ ਹੋ ਸਕਦਾ, 2 ਕਿਲੋਮੀਟਰ ਵੀ ਹੋ ਸਕਦਾ। ਇਹਦਾ ਮਤਲਬ x ਵੇਰੀਏਬਲ ਆ, ਇਹ ਬਾਹਰ ਨਹੀਂ ਨਿਕਲੇਗਾ। gmm ਕਾਂਸਟੈਂਟ ਨੇ ਇੰਟੀਗ੍ਰੇਸ਼ਨ ਤੋਂ ਬਾਹਰ ਵੀ ਜਾਣਾ। क्या ਇਹ ਰੂਲ ਸਮਝ ਲੱਗਿਆ ਪਹਿਲਾਂ? यस सर। यस सर Yes, sir. ਦੂਜੀ ਗੱਲ, ਹੁਣ ਜਦੋਂ ਆਪਾਂ ਇੱਥੇ ਬੋਡੀ ਮੂਵ ਕਰਾਈ ਆ, ਕਹਿੰਦਾ ਲਿਮਿਟ ਵੀ ਦਿਓ ਕਿੱਥੋਂ ਲੈ ਕੇ ਕਿੱਥੇ ਤੱਕ, ਤੇ ਅਸੀਂ x ਦੀ ਫਾਰਮ ਚ ਚੇਂਜ ਲਿਖਾਈ ਆ, ਤੇ ਇਹਦਾ ਮਤਲਬ ਹੋ ਗਿਆ x ਦੀ ਸਟਾਰਟਿੰਗ ਵੈਲਿਊ ਇਨਫਿਨਿਟੀ ਆ, x ਦੀ ਸਟਾਰਟਿੰਗ ਵੈਲਿਊ ਇਨਫਿਨਿਟੀ ਆ, ਤੇ ਜਦੋਂ ਬੋਡੀ ਇਨਫਿਨਿਟੀ ਤੇ ਪਈ ਸੀਗੀ ਟੈਸਟ ਬੋਡੀ, ਹਨਾ, ਉਹਨੂੰ ਖਿੱਚਣ ਦੀ ਹਜੇ ਕੋਈ ਵਰਕ ਨਹੀਂ ਹੋਇਆ। ਇਹਦਾ ਮਤਲਬ ਵਰਕ ਦੀ ਇਨੀਸ਼ੀਅਲ ਲਿਮਿਟ ਜਿਹੜੀ ਆ ਉਹ 0 ਆ। ਆ ਦੋਨਾਂ ਦੀ ਇਨੀਸ਼ੀਅਲ ਲਿਮਿਟ ਕਿੱਦਾਂ ਲਾਈ ਸਮਝ ਆਈ? यस सर यस सर। ਹੁਣ ਬੋਡੀ ਮੈਂ ਇਨਫਿਨਿਟੀ ਤੋਂ ਜਦੋਂ p ਪੁਆਇੰਟ ਤੇ ਲੈ ਕੇ ਆਣੀ, ਜਿਹੜੀ r ਡਿਸਟੈਂਸ ਤੇ, ਇਹ ਮਤਲਬ ਫਾਈਨਲੀ x ਦੀ ਵੈਲਿਊ r ਬਣਨੀ ਆ, ਤੇ ਜਦੋਂ ਬੋਡੀ ਮੈਂ r ਤੱਕ ਪਹੁੰਚਾਤੀ, ਮੈਂ ਜਿੰਨਾ ਕੁ ਵਰਕ ਕਰਨਾ ਸੀ ਉਹ ਵਰਕ ਪੂਰਾ ਹੋ ਗਿਆ। ਇਹਦਾ ਮਤਲਬ ਇਹ ਹੋ ਗਿਆ ਫਾਈਨਲ w ਦੀ ਵੈਲਿਊ ਮੇਰੇ ਕੋਲ ਜਿਹੜੀ ਆ ਉਹ ਟੋਟਲ ਵਰਕ ਆ ਜਾਊਗੀ। क्या दोनों पासे लोअर ते अपर लिमिट कितना लिखी वो समझ लगे? यस सर। यस सर किसे एक सिंगल बच्चे को भी ये समझ च डाउट है तो जल्दी जल्दी बोलोगे। आर हमने क्या लिया है? आर को तो फाइनल पॉइंट दी पोजीशन डिस्टेंस होता, पोजीशन p है, ओरिजिन तो कितनी दूर है r डिस्टेंस। यस सर। सर तो और w दी लास्ट लिमिट की लिखी है वर्क दी, वर्क दी सर वर्क दी लास्ट लिमिट की लिखी w w w कि जेड़ा टोटल वर्क है w ਦੇ ਬਰਾਬਰ ਹੋ ਗਿਆ। ਇਹਨੂੰ ਭਾਵੇਂ ਤੁਸੀਂ w1 w2 ਲਿਖ ਦਿਓ, ਸਿੰਬਲ ਤੁਹਾਡੀ ਮਰਜ਼ੀ ਦੇ ਹੁੰਦੇ ਆ। ठीक है सर। ਹੁਣ ਇਹਨੂੰ ਜਦੋਂ ਆਪਾਂ ਫਰਦਰ ਕੰਟੀਨਿਊ, ਮਾਨੇ ਕਲੀਅਰ ਸੀ ਪੁੱਤ ਜੋ ਪੁੱਛਿਆ ਸੀ? यस सर यस। ਚਲੋ ਹੁਣ ਜੇ ਇਹਨੂੰ ਫਰਦਰ ਕੰਟੀਨਿਊ ਕਰੀਏ, ਆਪਾਂ ਜਦੋਂ ਇਧਰ ਇੰਟੀਗ੍ਰੇਟ ਕਰਨਾ ਤੇ ਆਪਾਂ ਇੱਕ ਰੂਲ ਪੜਿਆ ਕੱਲੇ dx ਵਾਲਾ, ਜੇ ਨਾਲ ਕੁਝ ਨਹੀਂ ਲੱਗਿਆ ਤੇ 1 ਲੱਗਿਆ, 1 ਨੂੰ w ਪਾਵਰ 0 ਪੜੂ, ਉਹ ਸਾਰੇ ਸਟੈਪ ਛੱਡਦੇ ਨੇ,
ਸਿੱਧੀ ਇਹਦੀ ਇੰਟੀਗ੍ਰੇਸ਼ਨ W1 ਸਮਝ ਲੱਗੀ? Sir. Yes, sir. Yes, sir. Yes, sir. Yes, sir. ਕਰ ਦਿੱਤਾ, ਇਹਨੂੰ ਸਿੰਪਲ ਬ੍ਰੈਕਟ ਚ ਪਾ ਸਕਦੇ ਹੋ, ਠੀਕ ਹੈ, ਤੇ ਬ੍ਰੈਕਟ ਦੇ ਥੱਲੇ ਦੇ ਉੱਪਰ ਉਹਦੀ ਲਿਮਿਟ ਦੱਸ ਦਿਓ, ਠੀਕ ਹੈ। ਅਜੇ ਲਿਮਿਟ ਸਬਸਟੀਟਿਊਟ ਕਰਨੀ ਆ, ਇਸ ਲਈ ਉਹ ਲਿਮਿਟ ਨਾਲ ਇਹਦੇ ਲਗਾ ਕੇ ਰੱਖੋਗੇ, ਪਰ ਕਰਲ ਸਾਈਨ ਨਹੀਂ ਹੁਣ ਰਹਿ ਜਾਏਗਾ ਕਿਉਂਕਿ ਇੰਟੀਗ੍ਰੇਟ ਹੋ ਚੁੱਕੀ ਹੈ ਟਰਮ। ਦੂਜੇ ਪਾਸਿਓਂ GMN ਬਾਹਰ ਆ ਗਿਆ, ਇੰਟੀਗ੍ਰੇਸ਼ਨ ਚ 1/x² dx ਆ, ਠੀਕ ਹੈ। ਆਪਾਂ ਇੱਕ ਰੂਲ ਪੜਿਆ ਜਿੰਨਾ ਗਲਤੀ ਕਰਨੀ ਗਈਆਂ ਨੇ, 1/x dx, ਇਹਦੀ ਇੰਟੀਗ੍ਰੇਸ਼ਨ ਕੀ ਪੜੀ? Log E है। log x है ना, ਤੇ ਕਈਆਂ ਨੇ ਇੱਥੇ ਗਲਤੀ ਕਰਕੇ ਇਹਨੂੰ log x² ਲਿਖ ਦੇਣਾ, ਇਦਾਂ ਨਹੀਂ ਹੋਏਗਾ। ਇਹ ਰੂਲ ਸਿਰਫ x ਪਾਵਰ 1 ਵਾਸਤੇ ਹੈ। ਜੇ 1/x² ਬਣਿਆ ਤੇ ਇਹਨੂੰ ਤੁਸੀਂ ਪਾਵਰ ਫਾਰਮ ਦਾ ਰੂਲ ਜਿਹੜਾ ਬਣਦਾ ਉਹ ਐਸ ਸੱਚ ਲਗਾ ਦਾਂਗੇ, ਲਿਮਿਟ ਇਹਦੀ ਇਨਫਿਨਿਟੀ ਤੋਂ r ਲਿਖ ਲਓ, ਠੀਕ ਹੈ। ਇਧਰ w ਹੀ ਰਹਿ ਗਿਆ, ਇਧਰ ਲਿਮਿਟ ਲਾਉਣ ਦਾ ਮੈਥਡ ਦੱਸਿਆ ਵਾ, ਕੀ ਸਮਝ ਲਿਓ ਗੱਲ ਧਿਆਨ ਨਾਲ। ਇੱਕ ਵਾਰੀ ਇਸ ਵੇਰੀਏਬਲ ਦੀ ਥਾਂ ਤੇ ਅਪਰ ਲਿਮਿਟ ਲਗਾ ਦਿਓ, ਮਾਈਨਸ ਪਾ ਕੇ ਲੋਅਰ ਲਿਮਿਟ, ਅਪਰ ਵੈਲਿਊ ਚੋਂ ਲੋਅਰ ਵੈਲਿਊ ਮਾਈਨਸ ਕਰਾਂ ਤੇ ਰੇਂਜ ਮਿਲਦੀ ਹੈ ਬੇਟਾ। ਹਾਂਜੀ ਸਰ। Yes, sir. Yes. ਇਹਦੇ w-0 ਬਣ ਗਿਆ, ਇਧਰੋਂ GMM ਬਾਹਰ ਆ, ਇਹਨੂੰ ਹਜੇ ਇੰਟੀਗ੍ਰੇਟ ਕੀਤਾ ਨਹੀਂ, ਇਦਾਂ ਹੀ ਲਿਖਿਆ ਰਹਿਣ ਦਿੱਤਾ। x² ਨੂੰ ਉੱਪਰ ਲੈ ਜਾਓ ਨਿਊਮੀਨੇਟਰ ਦੇ ਵਿੱਚ, ਤੇ ਉੱਪਰ ਜਾ ਕੇ ਪਾਵਰ ਦਾ ਸਾਈਨ ਚੇਂਜ ਹੋ ਜਾਊ। Yes, sir. Yes, sir. ਪਾਵਰ ਨੂੰ ਲਾ ਦਿਓ, ਪਾਵਰ ਨੂੰ ਕਹਿੰਦਾ ਸੀ ਜਿੰਨੀ ਪਾਵਰ ਆ ਉਹ ਚ 1 ਪਲੱਸ ਕਰ ਦੋ, ਨਵੀਂ ਪਾਵਰ ਨਾਲ ਫਿਰ ਡਿਵਾਈਡ ਕਰ ਦੋ। ਇਹਦਾ ਮਤਲਬ ਜੇ ਮੈਂ ਲਿਖਾਂ w GMN, ਹੁਣ ਕਿਉਂਕਿ ਇੰਟੀਗ੍ਰੇਸ਼ਨ ਦਾ ਪਾਵਰ ਨੂੰ ਲਗਾਉਣ ਲੱਗਿਆ, ਇਸ ਲਈ ਕਰਲ ਸਾਈਨ ਹਟਾ ਦਾਂਗਾ ਤੇ ਸਿੰਪਲ ਬ੍ਰੈਕਟ ਪਾ ਦੂੰ। ਪਾਵਰ ਨੂੰ ਸੀਗਾ ਜਿੰਨੀ ਪਾਵਰ 1 ਪਲੱਸ ਤੇ ਨਵੀਂ ਜਿੰਨੀ ਪਾਵਰ ਬਣ ਗਈ ਉਹਦੇ ਨਾਲ ਡਿਵਾਈਡ, ਤੇ ਲਿਮਿਟ ਐਸ ਸੱਚ ਬ੍ਰੈਕਟ ਦੇ ਉੱਪਰ ਲਗਾ ਦੋ। ਸਮਝ ਲੱਗੀ ਗੱਲ? सर एक Yes, बारी sir. की फिर से एक्सप्लेन कर ਆਪਾਂ ਨੂੰ ਤਾਂ ਇਹ ਕਿਹਾ ਪਾਵਰ ਰੂਲ ਇਹ ਕਹਿੰਦਾ ਸੀ ਜਿੰਨੀ ਪਾਵਰ ਹੋਵੇ ਉਹ ਚ 1 ਪਲੱਸ ਕਰ ਦਿਓ, ਆਪਾਂ -2 ਪਾਵਰ ਸੀ 1 ਪਲੱਸ ਕਰ ਲਿਆ, ਜਿੰਨੀ ਨਵੀਂ ਪਾਵਰ ਬਣ ਗਈ ਉਹਨੇ ਨਾਲ ਡਿਵਾਈਡ ਕਰ ਦਿਓ, ਇਸ ਲਈ -2 ਪਲੱਸ 1 ਨਾਲ ਹੀ ਆਪਾਂ ਡਿਵਾਈਡ ਕਰ ਲਿਆ। ਕਲੀਅਰ? यस सर। ਹਾਂਜੀ ਸਰ। ਜਿਹੜੀ ਲਿਮਿਟ ਆ ਹਨਾ ਉਹ ਹਜੇ ਅਪਲਾਈ ਨਹੀਂ ਕੀਤੀ ਹੋਈ, ਇਸ ਲਈ ਬ੍ਰੈਕਟ ਦੇ ਉੱਪਰ ਥੱਲੇ ਕਰਕੇ ਲਿਮਿਟ ਲਿਖੀ ਰੱਖੋ। ਹੁਣ -2 ਪਲੱਸ 1 -1 ਬਣ ਗਿਆ, ਮਾਈਨਸ ਬਾਹਰ ਕੱਢ ਲਾਂਗੇ, ਇਹਦਾ ਮਤਲਬ ਵਰਕ ਦੀ ਵੈਲਿਊ -GMM, ਇੱਥੇ x ਦੀ ਪਾਵਰ -1, ਲਿਮਿਟ ਇਹਦੀ ਇਨਫਿਨਿਟੀ ਟੂ r। ਹੁਣ ਜਿਹਦੀ ਪਾਵਰ ਮਾਈਨਸ ਹੋਵੇ, ਜੇ ਪਾਵਰ ਦਾ ਸਾਈਨ ਚੇਂਜ ਕਰਨਾ ਤੇ ਨਿਊਮੀਨੇਟਰ ਨੂੰ ਡਿਨੋਮੀਨੇਟਰ ਚ ਕਨਵਰਟ ਕਰ ਦਾਂਗੇ। Yes, sir. ਇਹ ਮਤਲਬ ਆਪਣੇ ਕੋਲ ਟਰਮ ਕੀ ਬਣ ਗਈ, -GMM, x ਪਾਵਰ -1 ਨੂੰ 1/x ਪੜ ਸਕਦੇ ਆਪਾਂ। Yes, sir. क्लियर है गल जो करता पे हम? सर Yes, माइनस sir. क्यों डाल रहा है? -GMN क्यों है? -GMN। हाँ वाला हाँ जी Yes. सर, ऊपर भी पाया। -2 + 1 सेगा, -2 + 1 कितना होगा? -1। -1 ਤੇ ਫਿਰ ਇਹਦਾ ਮਤਲਬ -1 ਜਿਹੜਾ ਇੱਥੇ ਬਚਿਆ ਉਹਨੂੰ ਚੁੱਕ ਕੇ ਆਪਾਂ ਅੱਗੇ ਲਾ ਲਿਆ। ठीक है सर, ठीक। ਹੁਣ x ਦੀ ਜਗ੍ਹਾ ਤੇ ਇੱਕ ਵਾਰੀ ਅਪਰ ਵੈਲਿਊ r ਭਰ ਦਿਓ, ਮਾਈਨਸ ਕਰਕੇ ਲੋਅਰ ਲਿਮਿਟ ਇਨਫਿਨਿਟੀ, ਯਾਨੀ ਅਗਲਾ ਸਟੈਪ ਕੀ ਆਏਗਾ, -GMM into 1/upper limit -1/lower limit, ਕਿੰਨਾ ਆ ਜਾਊਗਾ ਜੀ? Yes, sir. सर एक बार वापस बताना। ਜ਼ਰੂਰ, ਆਪਾਂ ਸਿਰਫ ਇੰਨਾ ਕੀਤਾ ਵਾ, ਆਪਾਂ ਸਿਰਫ ਇੰਨਾ ਕੀਤਾ ਕਿ ਜਿੱਥੇ x ਸੀਗਾ ਇਹਦੀ ਥਾਂ ਤੇ ਆਪਾਂ ਇੱਕ ਵਾਰੀ ਅਪਰ ਵੈਲਿਊ ਭਰਨੀ ਆ, ਉਹ x ਦੀ ਥਾਂ ਤੇ r ਲਿਖ ਦਿੱਤਾ, ਮਾਈਨਸ ਕਰਕੇ x ਦੀ ਥਾਂ ਤੇ ਲੋਅਰ ਵੈਲਿਊ ਭਰਨੀ ਆ ਯਾਨੀ ਇਨਫਿਨਿਟੀ, -GMM ਇਦਾਂ ਦੇ ਇਦਾਂ x ਦੀ ਜਗ੍ਹਾ ਤੇ ਇੱਕ ਵਾਰੀ r ਪੁੱਟ ਅਪ ਕਰ ਲਿਆ, ਮਾਈਨਸ ਕਰਕੇ x ਦੀ ਥਾਂ ਤੇ ਇੱਕ ਵਾਰੀ ਇਨਫਿਨਿਟੀ ਭਰ ਲਿਆ। Yes, sir. ਹੁਣ ਲਾਸਟ ਵਰਡ ਲੈ ਰਹੇ ਹਾਂ ਜੀ, 1/infinity 0 ਹੁੰਦਾ, ਇਹਦੇ ਬਾਅਦ ਮੇਰੇ ਕੋਲ ਜਿਹੜੀ ਵੈਲਿਊ ਬਣੀ ਉਹ ਆ ਗਈ ਵਰਕ ਇਕੁਅਲ ਟੂ -GMM ਓਵਰ r, ਕਿੰਨਾ ਆ ਜਾਏਗਾ? Yes, sir. Yes, sir. ਆ ਮੇਰੇ ਕੋਲ ਐਸ ਸੱਚ ਸਾਰੀ ਵੈਲਿਊ ਜਿਹੜੀ ਆਪਾਂ ਬਣਾਈ ਆ, ਇਹ ਆਪਾਂ ਵਰਕ ਕੈਲਕੂਲੇਟ ਕੀਤਾ
ਜਦੋਂ ਕਿਸੇ ਬੋਡੀ ਨੂੰ ਸੋਰਸ ਮਾਸ ਆਪਣੇ ਵੱਲ ਖਿੱਚਦਾ। ਹੁਣ ਪੁੱਤ ਇਹਦੇ ਅੰਦਰ ਇਹ ਸਾਰੀ ਚੀਜ਼ ਨੂੰ ਸੋਲਵ ਕਰਨ ਲਈ ਪਹਿਲੇ ਸਟੈਪ ਤੇ ਹੀ ਮੈਨੂੰ ਇੰਟੀਗ੍ਰੇਸ਼ਨ ਦੀ ਰਿਕੁਆਇਰਮੈਂਟ ਸੀਗੀ, ਠੀਕ ਹੈ। ਸੋ ਇਸ ਵੇ ਨਾਲ ਆਪਣੇ ਕੋਲ ਜਿਹੜਾ ਫਿਜ਼ਿਕਸ ਦੇ ਅੰਦਰ ਕਹਿ ਲਓ ਬਹੁਤ ਸਾਰੇ ਕਨਸੈਪਟ ਆਣੇ ਆ ਜਿੱਥੇ ਸਾਨੂੰ ਇੰਟੀਗ੍ਰੇਸ਼ਨ ਦੀ ਰਿਕੁਆਇਰਮੈਂਟ ਹੋਏਗੀ। ਉਦਾਂ ਦੀਆਂ ਥਾਵਾਂ ਵਾਸਤੇ ਆਪਾਂ ਸਾਰੇ ਰੂਲ ਜਿਹੜੇ ਕੀਤੇ ਬੇਸਿਕਸ ਉਹ ਯੂਜ਼ ਹੋਇਆ ਕਰਨੇ। क्लियर है? एक्सक्यूज मी सर, बिल्कुल क्लियर। सर जो लिमिट्स का माइनस वाला है सर वो बताना है एक बारी कैसे हुआ। मैं एक चीज ये कही कि भी 2 तो लेके 2 तो लेके 9 तक ਦੀਆਂ ਵੈਲਿਊਜ਼ ਲੈਣੀਆਂ। ਉਹ ਕਹਿੰਦਾ ਕਿੰਨੀ ਰੇਂਜ ਬਣੀ, ਮੈਂ ਕਿਹਾ 9 - 2 7 ਆ ਗਈ। ਇਹਦਾ ਮਤਲਬ ਜਦੋਂ ਲਿਮਿਟ ਲਗਾਈ ਦੀ ਆ, ਲਿਮਿਟ ਨੂੰ ਪੁੱਟ ਅਪ ਕਰਨ ਦਾ ਮੈਥਡ ਹੁੰਦਾ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ, ਠੀਕ ਹੈ। ਅਪਰ ਵੈਲਿਊ ਮਾਈਨਸ ਲੋਅਰ ਵੈਲਿਊ। ਜੇ ਇੱਥੇ ਮਾਈਨਸ ਹੁੰਦਾ, ਠੀਕ ਹੈ ਜੀ, ਮਾਈਨਸ ਹੋਵੇ ਪਲੱਸ ਹੋਵੇ, ਇਹਦਾ ਸਾਈਨ ਆਪਣਾ, ਆਹ ਸਾਈਨ ਜਿਹੜਾ ਵਾ ਇਹ ਰੇਂਜ ਨੂੰ ਦੱਸਦਾ, ਅਪਰ ਵੈਲਿਊ ਦੇ ਵਿੱਚੋਂ ਲੋਅਰ ਵੈਲਿਊ ਨੂੰ ਮਾਈਨਸ ਕਰਨਾ। सर तो वर्क में कैसे किया था। ਵਰਕ ਚ ਵੀ ਇਹਦੇ ਸੀ ਬੇਟਾ, ਆ ਦੇਖੋ ਆਪਾਂ ਵਰਕ ਵਾਲੇ ਸਟੈਪ ਚ ਜਦੋਂ ਕੀਤਾ ਉਹਦੀ ਅਪਰ ਵੈਲਿਊ w ਦੀ ਥਾਂ ਤੇ w ਹੀ ਲਿਖੀ ਜਾਣੀ, ਮਾਈਨਸ w ਦੀ ਥਾਂ ਤੇ 0 ਲਿਖਣਾ। ਇਹ ਮਤਲਬ ਅਪਰ ਵੈਲਿਊ ਮਾਈਨਸ ਲੋਅਰ वैल्यू लिखिया तो w माइनस मतलब w रह गया। x को हटा देना है तब। हाँ x जो था जैसे हमने r और इंफिनिटी में किया था x को हटा दे फिर हम। नहीं पुत्र ਆਪਾਂ ਇੱਥੇ ਮੈਂ ਕਹਿੰਦੀ x। यस सर। नहीं बच्चे ਆਪਾਂ ਇਹ ਕਹਿ ਰਹੇ ਇੰਟੀਗ੍ਰੇਸ਼ਨ ਇਸ ਦੀ ਹੋਣੀ ਆ। ਆ ਜਿਹੜੀ ਟਰਮ ਲਿਖੀ ਇੰਟੀਗ੍ਰੇਸ਼ਨ ਇਹਦੀ ਹੋ ਰਹੀ ਆ, ਇਹਦੇ ਰਿਸਪੈਕਟਿਵਲੀ ਕੀਤੀ। ਇਹ ਤਾਂ ਕਿਤੇ ਵੀ ਨਹੀਂ ਆਪਣੇ ਕੋਲ ਆਣਾ। ਜਦੋਂ ਇੱਥੇ ਪਾਵਰ ਰੂਲ ਲੱਗ ਗਿਆ, ਇੰਟੀਗ੍ਰੇਸ਼ਨ ਦਾ ਕਰਲ ਸਾਈਨ ਤੇ ਨਾਲ ਲੱਗਿਆ dx dm dw, ਇਹ ਹਟ ਜਾਣਾ। तो नहीं जब तो आप लिमिट्स में माइनस करना है, जैसे लास्ट स्टेप 1/x थी तो फिर आप लिखे 1/r माइनस 1/infinity। सर फिर x को x ਦੀ ਜਗ੍ਹਾ ਤੇ x ਦੀ ਵੈਲਿਊ ਆ r, ਜਿਹਦਾ x ਦੀ ਵੈਲਿਊ 5 ਹੋਵੇ ਤਾਂ ਆਪਾਂ x ਦੀ ਜਗ੍ਹਾ ਤੇ 5 ਲਿਖਾਂਗੇ। ठीक है सर, ठीक है समझ लग गई। x ਦੀ ਇਦਾਂ ਹੀ ਇੱਕ ਵਾਰੀ ਵੈਲਿਊ r ਆ, ਇਦਾਂ ਹੀ x ਦੀ ਇੱਕ ਵਾਰੀ ਵੈਲਿਊ ਇਨਫਿਨਿਟੀ ਆ, ਇਸ ਲਈ ਅਸੀਂ x ਦੀ ਇੱਕ ਵਾਰੀ ਵੈਲਿਊ r ਨਾਲ ਰਿਪਲੇਸ ਕੀਤੀ, ਇਦਾਂ ਹੀ x ਦੀ ਇੱਕ ਵਾਰੀ ਵੈਲਿਊ ਅਸੀਂ ਇਨਫਿਨਿਟੀ ਰਿਪਲੇਸ ਕੀਤੀ। ओके सर। ਹਜੇ ਇੱਕ ਸ਼ੀਟ ਭੇਜਾਂਗਾ, ਟਰਾਈ ਕਰੋ, ਗਲਤ ਹੋਏਗਾ ਆਪਾਂ ਫੇਰ ਦੁਬਾਰਾ ਕਰਾਂਗੇ, ਠੀਕ ਹੈ। ਜਿੱਤੋਂ ਨਹੀਂ ਸਮਝ ਲੱਗੀ ਦੁਬਾਰਾ ਕਰ ਲਾਂਗੇ। ਓਕੇ ਜੀ।